महिमा साधु संग की, सुनो मेरे मीता। मैल खोई कोट अगहरे, निर्मल पहचीता। सतनाम। धन वाहिगुरु साहिब जी। आसा सुत अपराध करत हैं जेते, जननी चीत न राखस तेते। सुत अपराध करत हैं जेते, जननी चीत न राखस तेते। रामैया हों बारिक तेरा, काहे न खंडस अवगन मेरा। रहाऊ। जे अत क्रोप करे कर धाया, तां भी चीत न राखस माया। चिंत भवन मन पर्यो हमारा, नाम बिना कैसे उतरस पारा। देह विमल मत सदा शरीरा, सहज सहज गुण रवै कबीरा। देह विमल मत सदा शरीरा, सहज सहज गुण रवै कबीरा। वाहिगुरु जी का खालसा, वाहिगुरु जी की फतेह। पावन पवित्र पाक हजूरी दे विच सुभाईमान सतसंगी जनों, धन धन श्री गुरु ग्रंथ साहब महाराज जी दी पावन गोद दा निग मानन दा सुभाग समा प्राप्त होया है। भगतां दी ਅੰਮ੍ਰਿਤ ਬਾਣੀ जिस दे विचार नाल जुड़ के असी गुरमत सिद्धांत नूं दृढ़ करन दा यतन कर रहे हाँ। अज दे विचार अधीन पावन पवित्र शब्द आसा राग दा 12वां शब्द है। पावन अंक 478 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਰੱਬ ਨੂੰ ਮਾਂ ਦੇ ਸਮਾਨ ਦਰਸਾਉਂਦੇ ਹੋਏ
ਅਤੇ ਸਾਨੂੰ ਇੱਕ ਮਾਂ ਦਾ ਪੁੱਤ ਦਰਸਾਉਂਦੇ ਹੋਏ ਸਾਡੇ ਸਾਹਮਣੇ ਵਿਚਾਰ ਪ੍ਰਗਟ ਕਰ ਰਹੇ ਹਨ। ਜਿਵੇਂ ਮਾਂ ਅਤੇ ਪੁੱਤ ਦੀ ਸਾਂਝ ਹੈ, ਇਸ ਤਰ੍ਹਾਂ ਸਾਡੀ ਅਤੇ ਪ੍ਰਭੂ ਦੀ ਸਾਂਝ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਾਡੇ ਉੱਤੇ ਦਿਆਲੂ ਹੋ ਕੇ ਦਿਆਲਤਾ ਕਰਦਾ ਹੈ, ਕਿਰਪਾ ਕਰਦਾ ਹੈ ਅਤੇ ਸਾਡੀਆਂ ਬੇਅੰਤ ਗਲਤੀਆਂ ਵੀ ਉਹ ਪਰਮੇਸ਼ਰ ਚਿਤਾਰਦਾ ਨਹੀਂ ਹੈ। ਸੋ ਆਓ ਜੋ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਸਮਕਸ਼ ਰੱਖੇ ਹਨ, ਇਹਨਾਂ ਪਾਵਨ ਵਿਚਾਰਾਂ ਨੂੰ ਜਿਹਨ ਨਸੀਨ ਕਰਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਪ੍ਰੇਮ ਸਹਿਤ ਗੁਰੂ ਮੰਤਰ ਦੀ ਸਾਂਝ ਕਰੋ। ਅਸੀਸਾਂ ਬਖਸ਼ੋ ਪਿਆਰ ਨਾਲ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ। ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਸਾਨੂੰ ਸਮਝਾਉਣ ਵਾਸਤੇ ਭਗਤਾਂ ਨੇ, ਗੁਰੂ ਪਿਤਾ ਮਹਾਰਾਜ ਨੇ ਸਾਡੇ ਆਲੇ ਦੁਆਲੇ ਜੋ ਵਰਤਾਰਾ ਵਰਤ ਰਿਹਾ ਹੈ ਉਸ ਦੀਆਂ ਉਦਾਹਰਨਾਂ ਬਹੁਤੀਆਂ ਦਿੱਤੀਆਂ ਹਨ, ਤਾਂ ਕਿ ਸਾਨੂੰ ਰੂਹਾਨੀ ਜੀਵਨ ਦੀ ਸਮਝ ਆ ਸਕੇ ਔਰ ਅਸੀਂ ਉਸ ਨਿਰੰਕਾਰ ਨੂੰ ਸਮਝ ਸਕੀਏ, ਉਹਦੇ ਸੁਭਾਅ ਤੋਂ ਪਰਿਚਿਤ ਹੋ ਸਕੀਏ ਵੀ ਵਾਹਿਗੁਰੂ ਜੀ ਦਾ ਸੁਭਾਅ ਕੀ ਹੈ। ਅਸੀਂ ਦੇਖਦੇ ਹਾਂ ਕਿ ਘਰ ਦੇ ਅੰਦਰ ਬੱਚੇ ਹੁੰਦੇ ਹਨ। ਮਾਤਾ ਅਤੇ ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਨੇ, ਪਾਲਦੇ ਨੇ ਔਰ ਬੱਚਿਆਂ ਕੋਲੋਂ ਕਈ ਵਾਰੀ ਬਚਪਨੇ ਦੇ ਕਰਕੇ ਗਲਤੀਆਂ ਹੋ ਜਾਂਦੀਆਂ ਹਨ। ਪਰ ਅਸੀਂ ਦੇਖਦੇ ਹਾਂ ਕਿ ਘਰ ਦੇ ਵਿੱਚ ਮਾਂ ਇੱਕ ਐਸਾ ਰੋਲ ਅਦਾ ਕਰਦੀ ਹੈ ਜਿਹੜੀ ਕਈ ਗਲਤੀਆਂ ਆਪਣੇ ਬੱਚਿਆਂ ਦੀ ਉਸਨੂੰ ਪਤਾ ਹੁੰਦੀਆਂ ਹਨ, ਪਰ ਉਹ ਆਪਣੇ ਪਤੀ ਨੂੰ, ਆਪਣੇ ਖਸਮ ਨੂੰ ਨਹੀਂ ਦੱਸਦੀ, ਆਪਣੇ ਸਿਰ ਦੇ ਸਾਈਂ ਨੂੰ ਨਹੀਂ ਦੱਸਦੀ। ਉਹਨਾਂ ਗਲਤੀਆਂ ਦੇ ਉੱਤੇ ਉਹ ਪਰਦਾ ਪਾ ਦਿੰਦੀ ਹੈ। ਇਸ ਤਰ੍ਹਾਂ ਹੀ ਹਿਰਦਾ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਕਿ ਪਰਮੇਸ਼ਰ ਦਾ ਹੈ ਕਿ ਅਸੀਂ ਜੀਵ ਰੂਪੀ ਬੱਚੇ ਅਗਿਆਨਤਾ ਵਿੱਚ, ਅਣਜਾਣਪੁਣੇ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ। ਔਰ ਮੈਂ ਇਹ ਵੀ ਤੁਹਾਨੂੰ ਨਾਲ ਬੇਨਤੀ ਕਰਾਂ, ਜਿਹੜੀ ਗਲਤੀ ਅਗਿਆਨਤਾ ਵਸ ਹੋਵੇਗੀ, ਅਣਜਾਣਪੁਣੇ ਵਿੱਚ ਹੋਵੇਗੀ, ਉਹ ਸਾਡੀ ਬਖਸ਼ੀ ਜਾਵੇਗੀ। ਪਰ ਜਾਣ ਬੁੱਝ ਕੇ ਗਲਤੀ ਕਰਾਂਗੇ, ਪਤਾ ਹੁੰਦਿਆਂ ਗਲਤੀ ਕਰਾਂਗੇ, ਫਿਰ ਉਸ ਦੀ ਕੋਈ ਮਾਫੀ ਨਹੀਂ। ਵੈਸੇ ਫਿਰ ਵੀ ਸਤਿਗੁਰੂ ਐਡਾ ਦਿਆਲੂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਕਿ ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦਇਆ ਦਾ ਖਜ਼ਾਨਾ ਹੈ, ਸਾਰਿਆਂ 'ਤੇ ਤਰਸ ਕਰਦਾ ਹੈ। ਸਾਡੇ ਐਬ, ਦੋਖਨ ਕਹਿੰਦੇ ਨੇ, ਸਾਡੇ ਐਬ, ਸਾਡੀਆਂ ਗਲਤੀਆਂ ਵਾਹਿਗੁਰੂ ਦੇਖਦਾ ਹੈ। ਸਾਡੇ ਬਾਰੇ ਉਸਨੂੰ ਸਾਰਾ ਕੁਝ ਪਤਾ ਹੈ। ਇੱਕ ਰੱਬ ਕੋਲੋਂ ਅਸੀਂ ਕੁਝ ਵੀ ਨਹੀਂ ਲੁਕਾ ਸਕਦੇ, ਇੱਕ ਆਪਣੇ ਆਪ ਤੋਂ, ਇੱਕ ਆਪਣੇ ਮਾਲਕ ਪ੍ਰਭੂ ਤੋਂ। ਇਹ ਗੱਲ ਯਾਦ ਰੱਖਣਾ, ਜੀਵਨ ਵਿੱਚ ਜਦੋਂ ਵੀ ਮਨੁੱਖ ਨਿਰਾਸ਼ ਹੁੰਦਾ ਹੈ,
इस करके हुंदा है क्योंकि अपने नाल जो उसने वरतारा कीता है ਜਦੋਂ ਉਹਨੂੰ ਸਮਝ ਆਉਂਦੀ ਹੈ ਤੇ ਕਈ ਵਾਰ ਬੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਵੀ ਮਾफ़ ਨਹੀਂ ਕਰ ਸਕਦਾ, ਮੈਂ ਐਡੀਆਂ ਗਲਤੀਆਂ ਕੀਤੀਆਂ, ਮੈਂ ਐਡੇ ਗੁਨਾਹ ਕੀਤੇ ਨੇ। ਕਿਉਂ? ਕਿਉਂਕਿ ਆਪਣੀਆਂ ਗਲਤੀਆਂ ਆਪਣੇ ਆਪ ਤੋਂ ਲੁਕਾਈਆਂ ਨਹੀਂ ਜਾ ਸਕਦੀਆਂ। ਹਾਂ, ਮਾਤਾ ਪਿਤਾ ਕੋਲੋਂ, ਭੈਣ ਭਰਾਵਾਂ ਕੋਲੋਂ, ਸਮਾਜ ਕੋਲੋਂ, ਦੂਜੇ ਕੋਲੋਂ ਲੁਕਾਇਆ ਜਾ ਸਕਦਾ। ਇੱਕ ਪਤਨੀ ਪਤੀ ਕੋਲੋਂ ਲੁਕਾ ਸਕਦੀ, ਇੱਕ ਪਤੀ ਪਤਨੀ ਕੋਲੋਂ ਲੁਕਾ ਸਕਦਾ ਹੈ, ਇੱਕ ਪੁੱਤਰ ਪਿਤਾ ਕੋਲੋਂ ਲੁਕਾ ਸਕਦਾ, ਇੱਕ ਪਿਤਾ ਪੁੱਤਰ ਕੋਲੋਂ ਲੁਕਾ ਸਕਦਾ। ਪਰ ਸੱਚ ਇਹ ਹੈ ਕਿ ਆਪਣੇ ਆਪ ਤੋਂ ਆਪਣੀ ਗਲਤੀ ਨੂੰ ਲੁਕਾਇਆ ਨਹੀਂ ਜਾ ਸਕਦਾ ਔਰ ਕਿਸੇ ਕੀਮਤ ਵਿੱਚ ਨਹੀਂ ਲੁਕਾਇਆ ਜਾ ਸਕਦਾ। ਇਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਨਾ ਵੀ ਬੜੇ ਵੱਡੇ ਲੋਕ ਜਿਨ੍ਹਾਂ ਨੇ ਮਾੜੇ ਕੰਮਾਂ ਦੇ ਵਿੱਚ ਰਿਕਾਰਡ ਤੋੜੇ, ਕੋਈ ਠੱਗੀਆਂ ਕਰਦਾ ਸੀ, ਕੋਈ ਰਾਖਸਸ ਬਣ ਕੇ ਲੋਕਾਂ ਦਾ ਕਤਲ ਕਰਦਾ ਸੀ, ਕੋਈ ਹੋਰ ਕੁਝ ਕੰਮ ਕਰਦਾ ਸੀ, ਪਰ ਜਦੋਂ ਉਹਨਾਂ ਦੇ ਅੰਦਰ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਵੀ ਤੁਸੀਂ ਇਹ ਕੁਛ ਹੋ, ਉਸ ਵੇਲੇ ਉਹਨਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ। ਜਦ ਤੱਕ ਆਪਣੇ ਆਪ ਦੀ ਭਾਵੇਂ ਆਪਣੇ ਕੋਲੋਂ ਆਪਣੀ ਗਲਤੀ ਨਹੀਂ ਲੁਕਾਈ ਜਾ ਸਕਦੀ, ਪਰ ਕਈ ਵਾਰੀ ਉਸ ਗਲਤੀ ਦੇ ਉੱਤੇ ਪਰਦਾ ਪੈ ਜਾਂਦਾ ਹੈ। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਕਹਿਣਾ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਨਦੀ ਦੇ ਕਿਨਾਰੇ ਦੇ ਉੱਤੇ ਅਸੀਂ ਦੇਖੀਏ ਜਦੋਂ ਪਾਣੀ ਬਰਸਾਤਾਂ ਵਿੱਚ ਵੱਧ ਆਉਂਦਾ ਹੈ ਅਤੇ ਆਲੇ ਦੁਆਲੇ ਉਹ ਰੇਤ ਛੱਡ ਜਾਂਦਾ ਹੈ। ਹਰ ਸਾਲ ਜਦੋਂ ਪਾਣੀ ਆਉਂਦਾ ਹੈ, ਜਿਤਨੀ ਵਾਰੀ ਵੀ ਪਾਣੀ ਆਵੇਗਾ ਉਤਨੀ ਵਾਰੀ ਕੁਛ ਰੇਤ ਕਿਨਾਰੇ 'ਤੇ ਛੱਡ ਜਾਂਦਾ ਅਤੇ ਉਹ ਪਰਤਾਂ ਬਣ ਜਾਂਦੀਆਂ ਹਨ। ਪਰ ਕਦੇ ਉਸ ਕਿਨਾਰੇ ਦੀ ਮਿੱਟੀ ਨੂੰ ਪੁੱਟ ਕੇ ਵੇਖਣਾ, ਉੱਥੇ ਤੁਹਾਨੂੰ ਪਰਤਾਂ ਬਣੀਆਂ ਮਿਲਣਗੀਆਂ। ਹੋ ਸਕਦਾ ਅੰਦਰ ਸਾਡੇ ਵਿਚਾਰਾਂ ਦੀ, ਸਾਡੇ ਸੰਸਕਾਰਾਂ ਦੀ, ਸਾਡੀ ਆਦਤਾਂ ਦੀਆਂ ਪਰਤਾਂ ਅੰਦਰ ਥੱਲੇ ਦਫਨ ਹੋ ਗਈਆਂ, ਪਰ ਉਹ ਪਰਤਾਂ ਅੰਦਰ ਪਈਆਂ ਹੋਈਆਂ ਨੇ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਉਹ ਚਿੱਤ ਚੇਤੇ ਵਿੱਚੋਂ ਨਿਕਲ ਜਾਂਦੀਆਂ, ਪਰ ਜਦੋਂ ਸਾਨੂੰ ਕੋਈ ਚੇਤੇ ਕਰਾਉਂਦਾ ਹੈ, ਸਾਨੂੰ ਕੋਈ ਜਗਾਉਂਦਾ ਹੈ, ਫਿਰ ਬੰਦਾ ਕਹਿੰਦਾ ਹਾਂ ਮੈਂ ਇਹ ਗਲਤੀਆਂ ਕਰਦਾ ਰਿਹਾ, ਇਹ ਮੇਰੀਆਂ ਗਲਤੀਆਂ, ਮੈਂ ਇਸ ਗਲਤੀ ਨੂੰ ਮੰਨਣ ਵਾਸਤੇ ਤਿਆਰ। ਇਸ ਕਰਕੇ ਹੀ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਪਿਤਾ ਮਹਾਰਾਜ ਜਦੋਂ ਉਦਾਸੀ ਦੌਰ ਤੋਂ ਨਿਕਲੇ ਅਤੇ ਸੱਜਣ ਵਰਗੇ ਠੱਗਾਂ ਨੇ ਗੁਰੂ ਸਾਹਿਬ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ, ਕਿਉਂਕਿ ਉਹਨਾਂ ਦੇ ਅੰਦਰ ਦੀ ਪਿਕਚਰ ਜਿਹੜੀ ਸੀ ਉਹ ਬਾਬਾ ਨਾਨਕ ਨੇ ਸਾਹਮਣੇ ਰੱਖ ਦਿੱਤੀ। ਕਲਯੁਗੀ ਪਾਂਡੇ ਦਾ ਜੋ ਜੀਵਨ ਹੈ ਗੁਰੂ ਨਾਨਕ ਪਾਤਸ਼ਾਹ ਨੇ ਸਾਹਮਣੇ ਰੱਖਿਆ। ਕੋਡੇ ਰਾਖਸ਼ ਦਾ ਜੋ ਜੀਵਨ ਸੀ ਗੁਰੂ ਸਾਹਿਬ ਜੀ ਨੇ ਵਿਚਾਰਧਾਰਾ ਰਾਹੀਂ ਸਾਹਮਣੇ ਰੱਖਿਆ। ਉਹਨੂੰ ਮੰਨਣਾ ਪਿਆ ਕਿ ਹਾਂ ਇਹ ਮੈਂ ਗਲਤੀਆਂ ਕੀਤੀਆਂ ਔਰ ਕਰ ਰਿਹਾ ਹਾਂ। ਗਲਤੀ ਬਸ ਇਤਨਾ ਹੋ ਸਕਦਾ ਕਿ ਭੁੱਲ ਸਕਦੇ ਹਾਂ ਗਲਤੀ ਕਰਕੇ, ਪਰ ਉਸ ਗਲਤੀ ਨੂੰ ਕੋਈ ਸਾਡੇ ਸਾਹਮਣੇ ਰੱਖੇ। ਮੈਂ ਬਹੁਤ ਸਾਰੇ ਲੋਕ ਕਥਾ ਵਿੱਚ ਦੇਖੇ ਰੋਂਦੇ ਹੋਏ ਕਿ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਭੁੱਬਾ ਮਾਰ ਕੇ ਰੋਣ ਲੱਗ ਪੈਂਦੇ। ਕਿਉਂਕਿ ਅੱਜ ਦੂਜਿਆਂ ਕੋਲੋਂ ਤਾਂ ਲੁਕਾ ਕੇ ਰੱਖੀ, ਪਰ ਆਪਣੇ ਆਪ ਦੇ ਨਾਲ ਜਦੋਂ ਆਤਮਾ ਪ੍ਰਗਟ ਹੋਈ, ਸ਼ੁਭ ਵਿਚਾਰਾਂ ਅੰਦਰ ਪ੍ਰਗਟ ਹੋਈਆਂ, ਜਦੋਂ ਗੁਰਮਤਿ ਦਾ ਗਿਆਨ ਹੋਇਆ, ਰੂਹਾਨੀ ਜੀਵਨ ਦੀ ਸਮਝ ਆਈ, ਤਾਂ ਬੰਦਾ ਆਪਣੇ ਆਪ ਦੇ ਵਿੱਚ ਸ਼ਰਮਸਾਰ ਹੋਣਾ ਸ਼ੁਰੂ ਹੋ ਗਿਆ ਵੀ ਇਹ ਮੈਂ ਕਰਕੇ ਕੀ ਬੈਠਾ, ਮੈਂ ਕਰਦਾ ਕੀ ਰਿਹਾ, ਕਿਹੜੇ ਕੰਮ ਕੀਤੇ ਹਨ। ਅਸੀਂ ਬੇਅੰਤ ਗਲਤੀਆਂ ਕਰਦੇ ਹਾਂ, ਪਰ ਮਹਾਰਾਜ ਦਾ ਸੁਭਾਅ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਅਸੀਂ ਗਲਤੀਆਂ ਕਰ ਰਹੇ ਹਾਂ, ਸਾਡੇ ਐਬ ਉਹ ਵਾਹਿਗੁਰੂ ਦੇਖ ਰਿਹਾ, ਫਿਰ ਵੀ ਸਾਨੂੰ ਦੇਈ ਜਾ ਰਿਹਾ ਹੈ। ਕਦੀ ਸੋਚੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਉਂ ਐਡੀ ਕਿਰਪਾ ਕਰ ਰਿਹਾ ਹੈ। ਮੈਂ ਇੱਕ ਬੇਨਤੀ ਕਰਾਂ, ਜੇ ਬੰਦੇ ਨੂੰ ਰਿਜ਼ਕ ਦਾਤਾ ਵਾਹਿਗੁਰੂ ਬਣਾ ਦੇਵੇ, ਇੱਕ ਭਰਾ ਦੂਜੇ ਭਰਾ ਨੂੰ ਰੋਟੀ ਨਾ ਖਾਣ ਦੇਵੇ, ਇਹ ਸੱਚ ਹੈ। ਜੇ ਬੰਦੇ ਦੇ ਹੱਥ ਵਿੱਚ ਰਿਜ਼ਕ ਦੀ ਡਿਊਟੀ ਹੋਵੇ ਤੇ ਬੰਦਾ ਦੂਜੇ ਨੂੰ ਜੀਣ ਨਾ ਦੇਵੇ, ਇਹ ਤਾਂ ਰਿਜ਼ਕ ਦਾਤੇ ਨੇ ਆਪਣੇ ਹੱਥ 'ਚ ਰੱਖਿਆ ਹੈ। ਔਰ ਗਲਤੀਆਂ ਦੇਖਣ ਤੋਂ ਬਾਅਦ ਵੀ ਉਹ ਸਾਨੂੰ ਰਿਜ਼ਕ ਦੇਈ ਜਾ ਰਿਹਾ, ਸਾਡੇ ਉੱਤੇ ਕਿਰਪਾ ਕਰ ਰਿਹਾ ਹੈ। ਕਿਉਂ? ਕਿਉਂਕਿ ਅਸੀਂ ਉਸਦੇ ਬੱਚੇ ਹਾਂ। ਬੱਚਾ ਗਲਤੀ ਕਰ ਸਕਦਾ ਹੈ, ਪਿਓ ਗਲਤੀ ਨਹੀਂ ਕਰਦਾ। ਪਰਮਾਤਮਾ ਸਾਡਾ ਪਿਓ ਹੈ, ਪਰਮਾਤਮਾ ਸਾਡੀ ਮਾਂ ਹੈ।
ਹੁਣ ਉਹ ਦ੍ਰਿਸ਼ ਸਾਹਮਣੇ ਪੇਸ਼ ਕੀਤਾ ਕਬੀਰ ਸਾਹਿਬ ਨੇ ਕਿ ਰਾਮਈਆ ਹੂੰ ਬਾਰਿਕ ਤੇਰਾ, ਹੇ ਮੇਰੇ ਸੋਹਣੇ ਰਾਮ, ਰਮੇ ਹੋਏ ਪਰਮੇਸ਼ਰ। ਹੂੰ ਦਾ ਅਰਥ ਹੈ ਮੈਂ, ਬਾਰਿਕ ਤੇਰਾ, ਮੈਂ ਤੇਰਾ ਅਣਜਾਣ ਬੱਚਾ ਹਾਂ। ਤੇ ਮਹਾਰਾਜ ਕਹਿਣ ਲੱਗੇ ਕਾਹੇ ਨ ਖੰਡਸ ਅਵਗਣ ਮੇਰਾ, ਕਹਿੰਦੇ ਤੂੰ ਮੇਰੇ ਅੰਦਰੋਂ ਮੇਰੀਆਂ ਭੁੱਲਾਂ ਕਿਉਂ ਦੂਰ ਨਹੀਂ ਕਰਦਾ, ਇਹ ਖੰਡਸ ਕਿਉਂ ਨਹੀਂ ਕਰਦਾ, ਤੂੰ ਪਾਸੇ ਕਿਉਂ ਨਹੀਂ ਕਰਦਾ। ਮੈਂ ਅਣਜਾਣ ਬੱਚਾ ਹਾਂ ਪਰ ਤੂੰ ਤਾਂ ਜਾਣਦਾ ਹੈ ਨਾ। ਤੂੰ ਮੇਰੀਆਂ ਗਲਤੀਆਂ ਦੂਰ ਕਿਉਂ ਨਹੀਂ ਕਰਦਾ, ਮੇਰੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ। ਅਸੀਂ ਜਦੋਂ ਗੁਰੂ ਦੇ ਚਰਨਾਂ 'ਚ ਆਵਾਂਗੇ ਨਾ, ਬੱਚੇ ਬਣ ਕੇ ਬੇਨਤੀ ਕਰਾਂਗੇ, ਫਰਿਆਦ ਕਰਾਂਗੇ, ਸਤਿਗੁਰੂ ਕਹਾਂਗੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਅੰਦਰੋਂ ਜੋ ਵੀ ਭੁੱਲਾਂ ਨੇ, ਮੇਰੇ ਜੀਵਨ 'ਚ ਜੋ ਖਾਮੀਆਂ ਨੇ, ਤੂੰ ਕਿਰਪਾ ਕਰ ਦੂਰ ਕਰ ਦੇ। ਔਰ ਅਸੀਂ ਅਰਦਾਸ ਵੀ ਕਰਦੇ ਹਾਂ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਛਡਾਵੋ, ਇਹ ਪੀਤਰ ਤੇ ਇनको ਡਾਰੋ ਆਪਨ ਨਿਕਟ ਬੁਲਾਵੋ। ਵਾਹਿਗੁਰੂ ਕਿਰਪਾ ਕਰਦੇ, ਇਤਨੀਆਂ ਕਮੀਆਂ, ਇਤਨੀਆਂ ਖਾਮੀਆਂ, ਇਤਨੇ ਪਾਪ, ਇਤਨੇ ਔਗੁਣ ਲੈ ਕੇ ਬੈਠਾ ਹੋਏ ਹੈ, ਇਤਨੀਆਂ ਭੁੱਲਾਂ ਕਰਦਾ ਹੈ, ਮੇਰੇ ਜੀਵਨ 'ਚੋਂ ਪਾਸੇ ਕਰ ਦਿਓ ਇਹਨਾਂ ਨੂੰ। ਭਾਵੇਂ ਮਾਲਕ ਦਾ ਸੁਭਾਅ ਹੈ ਕੋਟ ਪਰਾਧ ਹਮਾਰੇ ਖੰਡੋ, ਭਾਵ ਕਿ ਕਈ ਵਾਰੀ ਸਾਡੇ ਕਰੋੜਾਂ ਅਪਰਾਧ ਵੀ ਉਹ ਚਿਤਾਰਦਾ ਨਹੀਂ ਹੈ, ਪਰ ਸਾਨੂੰ ਜੋ ਯਾਦ ਕਰਾਈ ਜਾਂਦਾ ਹੈ, ਸਾਨੂੰ ਸਮਝਾਈ ਜਾਂਦਾ ਹੈ, ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ। ਅਨੇਕਾਂ ਢੰਗਾਂ ਦੇ ਨਾਲ ਸਤਿਗੁਰੂ ਤੁਸੀਂ ਸਾਨੂੰ ਸਮਝਾਉਂਦੇ ਹੋ। ਜੀਵਨ ਵਿੱਚ ਜੋ ਕੁਛ ਵਰਤਾਰਾ ਵਰਤ ਰਿਹਾ, ਮੈਂ ਬੇਨਤੀ ਕਰਾਂ ਇਹ ਸਬਕ ਸਿੱਖਣ ਵਾਸਤੇ ਹੈ ਵੀ ਜੋ ਮੇਰੇ ਨਾਲ ਵਰਤ ਰਹੀਆਂ ਚੀਜ਼ਾਂ, ਇਹਦੇ ਕੋਲੋਂ ਮੈਂ ਸਬਕ ਸਿੱਖ ਕੇ ਚੰਗਾ ਇਨਸਾਨ ਬਣਨਾ ਹੈ। ਇਹ ਬੰਦੇ ਨਹੀਂ ਕਰ ਰਹੇ, ਸੰਸਾਰ ਨਹੀਂ ਕਰ ਰਿਹਾ, ਨਿਰੰਕਾਰ ਨੇ ਇਹ ਮੈਨੂੰ ਸਬਕ ਸਿਖਾਉਣਾ ਸੀ ਜੀਵਨ ਨੂੰ ਚੰਗਾ ਬਣਾਉਣ ਵਾਸਤੇ। ਇਸ ਕਰਕੇ ਮੇਰੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਵਾਹਿਗੁਰੂ ਜੀ ਨੇ ਤਰਸ ਕੀਤਾ ਹੈ। ਉਹਦਾ ਸਮਝਾਉਣ ਦਾ ਢੰਗ ਹਰ ਇੱਕ ਦਾ ਨੂੰ ਵੱਖਰਾ ਵੱਖਰਾ ਹੈ। ਕਲਯੁਗੀ ਪਾਂਡੇ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਾ ਰਹੇ ਨੇ, ਸੱਜਣ ਠੱਗ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਾ ਰਹੇ ਨੇ, ਬਲੀ ਗੰਧਾਰੀ ਨੂੰ ਕੁਛ ਹੋਰ ਗਿਆਨ ਦੇ ਰਹੇ ਨੇ। ਹਮਜਾ ਗੋਂਸ ਨੂੰ ਸਮਝਾਉਣ ਦਾ ਤਰੀਕਾ ਹੋਰ ਹੈ ਬਾਬੇ ਨਾਨਕ ਦਾ। ਜਿਸ ਤਰ੍ਹਾਂ ਦੇ ਕਰਮ ਕਰ ਰਹੇ ਸਨ ਉਸ ਤਰੀਕੇ ਨਾਲ ਬਾਬੇ ਨਾਨਕ ਨੇ ਸਮਝਾਇਆ। ਕਿਸੇ ਦਾ ਹੰਕਾਰ ਤੋੜਨਾ ਸੀ ਤੇ ਉਸ ਨੂੰ ਭਾਈ ਮਰਦਾਨਾ ਨੂੰ ਭੇਜ ਕੇ ਕਿਹਾ ਵੀ ਜਾ ਪਾਣੀ ਮੰਗ, ਤੇ ਹੰਕਾਰ ਐਡਾ ਵਧਿਆ ਸੀ ਕਿ ਇੱਥੇ ਤੱਕ ਕਹਿ ਦਿੱਤਾ ਵੀ ਜਿਸ ਦੇ ਨਾਲ ਤੂੰ ਰਹਿੰਦਾ ਹੈ, ਜਿਸ ਨੂੰ ਤੂੰ ਆਪਣਾ ਗੁਰੂ ਕਹਿੰਦਾ ਹੈ, ਤੇ ਜਿਹੜੇ ਤੇਰੇ ਗੁਰੂ 'ਚ ਸਮਰਥਾ ਜਾਂ ਉਹਨੂੰ ਕਿ ਆਪੇ ਪਾਣੀ ਦੇਵੇਗਾ। ਔਰ ਪੰਜਾ ਸਾਹਿਬ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਾਬੇ ਨਾਨਕ ਨੇ ਉਸ ਨੂੰ ਦਰਸਾਨਾ ਸੀ ਕਿ ਭਾਵੇਂ ਤੂੰ ਉੱਚੀ ਥਾਂ 'ਤੇ ਬੈਠਾ, ਤੇਰੇ ਕੋਲ ਪਾਣੀ ਦਾ ਹੋਜ ਹੈ, ਪਾਣੀ ਦਾ ਸੋਮਾ ਤੇਰੇ ਕੋਲ ਹੈ, ਤੂੰ ਆਪਣੇ ਆਪ ਨੂੰ ਸਮਝਾਂ ਵੀ ਮੈਂ ਕਬਜ਼ਾ ਕਰਕੇ ਬੈਠਾ, ਪਰ ਇਹ ਕੁਦਰਤੀ ਸੋਮੇ ਨੇ, ਨਾ ਤੇਰਾ ਨਾ ਸਾਡਾ ਹੈ। ਇਹ ਸਰਬ ਸਾਂਝੀਆਂ ਚੀਜ਼ਾਂ ਵਾਹਿਗੁਰੂ ਦੀਆਂ ਬਣਾਈਆਂ, ਇਹ ਸਾਰਿਆਂ ਦੇ ਬਰਤਨ ਵਾਸਤੇ ਨੇ। ਵੀ ਕਈ ਵਾਰੀ ਬੰਦੇ ਨੂੰ ਭੁਲੇਖਾ ਹੋ ਜਾਂਦਾ ਨਾ ਵੀ ਜਿਸ ਦੇ ਉੱਤੇ ਉਹਦਾ ਕਬਜ਼ਾ ਹੋ ਜਾਏ, ਸਮਝਦਾ ਸ਼ਾਇਦ ਮੇਰੀ ਇਹ ਚੀਜ਼। ਔਰ ਬਾਬੇ ਨਾਨਕ ਨੇ ਪਹਿਲਾਂ 2 ਵਾਰ ਭਾਈ ਮਰਦਾਨੇ ਨੂੰ ਭੇਜਿਆ, ਤਿਵਾਰਾ ਭੇਜਿਆ, ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਹੁਣ ਗੱਲ ਨਹੀਂ ਬਣਨੀ, ਪਿਆਸ ਬਹੁਤ ਜ਼ਿਆਦਾ ਲੱਗੀ ਹੈ। ਤੇ ਸਤਿਗੁਰੂ ਨੇ ਕਿਹਾ ਵੀ ਕੋਈ ਨਹੀਂ, ਪੱਥਰ ਹਟਾ, ਪਾਣੀ ਪੀ ਲੈ। ਗੁਰੂ ਸਾਹਿਬ ਨੂੰ ਪਤਾ ਸੀ ਵੀ ਇਹ ਕੁਦਰਤੀ ਸੋਮਾ ਹੈ, ਕਿਉਂਕਿ ਪਾਣੀ ਚੱਲਿਆ ਨਿਵਾਨ ਨੂੰ। ਭਾਈ ਗੁਰਦਾਸ ਲਿਖਦੇ ਪਾਣੀ ਹਮੇਸ਼ਾ ਨਿਵਾਨ ਨੂੰ ਜਾਂਦਾ ਹੈ, ਭਾਵੇਂ ਸੋਮਾ ਉੱਪਰ ਹੈ, ਪਰ ਜਿਹੜਾ ਥੱਲੇ ਵੀ ਕਿਤੇ ਨਾ ਕਿਤੇ ਲਿੰਗ ਤਾਂ ਜੁੜਿਆ ਹੋਏਗਾ ਨਾ ਸੋਮੇ ਦਾ। ਪੱਥਰ ਹਟਾਇਆ, ਪਾਣੀ ਆਇਆ, ਹੋਜ ਖਾਲੀ ਹੋ ਗਿਆ ਸਾਰਾ। ਭਾਈ ਮਰਦਾਨਾ ਜੀ ਨੇ ਪਾਣੀ ਕੀਤਾ, ਹੰਕਾਰੀ ਬਿਰਤੀ ਹੋਣ ਕਰਕੇ ਪੱਥਰ ਸੁੱਟ ਦਿੱਤਾ ਬਾਬਾ ਜੀ ਦੇ ਉੱਤੇ। ਔਰ ਬਲੀ ਗੰਧਾਰੀ ਨੂੰ ਫਿਰ ਥੱਲੇ ਆਉਣਾ ਪਿਆ, ਆ ਕੇ ਗੱਲਬਾਤ ਕਰਨੀ ਪਈ।
ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉੱਥੇ ਉਹਨੂੰ ਗਿਆਨ ਦਿੱਤਾ ਵੀ ਇਹ ਕੁਦਰਤੀ ਸੋਮੇ ਨੇ, ਔਰ ਤੈਨੂੰ ਇੱਕ ਭੁਲੇਖਾ ਲੱਗਿਆ ਵੀ ਇਹ ਨਗਰ ਜਿਹੜਾ ਹੈ ਮੈਂ ਆਪਣੀ ਤਪੱਸਿਆ ਦੇ ਨਾਲ ਇਸ ਨਗਰ ਨੂੰ ਖਤਮ ਕਰ ਦੇਵਾਂਗਾ। ਇਸ ਨਗਰ ਦੇ ਵਿੱਚ ਸਾਰੇ ਲੋਕ ਮਾੜੇ ਰਹਿੰਦੇ ਹਨ। ਔਰ ਉਸ ਨਗਰ ਦੇ ਵਿੱਚੋਂ ਹੀ ਭਾਈ ਮੂਲਾ ਜੀ ਕੋਲੋਂ ਜਿਹੜੀ ਗੱਲਬਾਤ ਇਤਿਹਾਸਿਕ ਸਾਖੀ ਅਸੀਂ ਪੜ੍ਹਦੇ ਹਾਂ ਕਿ 1 ਰੁਪਏ ਦਾ ਝੂਠ ਤੇ 1 ਰੁਪਏ ਦਾ ਸੱਚ, ਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਨੂੰ ਭੇਜਿਆ। ਸਾਰੀ ਦੁਕਾਨਾਂ 'ਤੇ ਜਾਂਦੇ ਨੇ, ਭਾਈ ਮੂਲਾ ਜੀ ਦੀ ਦੁਕਾਨ 'ਤੇ ਗਏ, 1 ਰੁਪਇਆ ਦਾ ਸੱਚ ਤੇ 1 ਰੁਪਏ ਦਾ ਝੂਠ ਉੱਥੋਂ ਲੈ ਕੇ ਆਉਂਦੇ। ਕਾਗਜ਼ 'ਤੇ ਲਿਖ ਕੇ ਦੇ ਦਿੰਦਾ ਵੀ ਮਰਨਾ ਜਿਹੜਾ ਸੱਚ ਹੈ, ਜਿਉਣਾ ਝੂਠ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਸ ਨਗਰ ਦੇ ਲੋਕਾਂ ਨੂੰ ਤੂੰ ਕਹਿੰਦਾ ਸੀ ਆਪਣੀ ਤਪੱਸਿਆ ਦੇ ਰਾਹੀਂ ਇਹ ਸਾਰੇ ਪਿੰਡ ਨੂੰ ਭਸਮ ਕਰ ਦਿਆਂਗਾ, ਮੈਂ ਸ਼ਰਾਪ ਦਿੱਤਾ ਪਿੰਡ ਨੂੰ, ਸਾਰਾ ਪਿੰਡ ਤਬਾਹ ਹੋ ਜਾਏਗਾ। ਗੁਰੂ ਸਾਹਿਬ ਨੇ ਕਿਹਾ ਭਾਈ ਗੱਲ ਇੱਦਾਂ, ਇਸ ਪਿੰਡ ਦੇ ਵਿੱਚ ਐਸੇ ਵੀ ਲੋਕ ਰਹਿੰਦੇ ਹੈ, ਇਸ ਸੰਸਾਰ ਦੇ ਵਿੱਚ ਹਰ ਇੱਕ ਕਿਸਮ ਦੇ ਨੇ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਮਹਾਰਾਜ ਕਹਿੰਦੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਈ ਵਾਰੀ ਸਾਡੀਆਂ ਗਲਤੀਆਂ ਨੂੰ ਚਿਤਾਰਦਾ ਨਹੀਂ ਹੈ, ਪਰ ਸਾਨੂੰ ਫਿਰ ਵੀ ਸਮਝਾਉਂਦਾ ਹੈ। ਉਹ ਸਮਝਾਉਣਾ, ਉਹ ਸਬਕ ਦੇਣਾ, ਉਹ ਠੋਕਰ ਮਾਰਨੀ ਹੀ ਜੀਵਨ ਨੂੰ ਸਹੀ ਬਣਾਉਣਾ ਚਾਹੁੰਦੇ ਨੇ ਸਤਿਗੁਰੂ ਜੀ। ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ, ਮਰ ਕਹਿੰਦੇ ਹਮ ਅਗਿਆਨ ਅਲਪ ਮਤ ਥੋਰੀ, ਅਸੀਂ ਅਗਿਆਨੀ ਹਾਂ, ਤੁਛ ਮਤ ਦੇ ਮਾਲਕ ਹਾਂ, ਤੁਮ ਆਪਨ ਬਿਰਧ ਰਖਾਵੋ। ਹੇ ਵਾਹਿਗੁਰੂ ਜੀ, ਤੁਹਾਡਾ ਮੁੱਢ ਕਦੀਮਾ ਇਹ ਸੁਭਾਅ ਹੈ ਜਿਹੜਾ ਤੁਹਾਡੀ ਸ਼ਰਨ 'ਚ ਆ ਜਾਂਦਾ ਹੈ, ਉਹਨੂੰ ਤੁਸੀਂ ਗਲਵਕੜੀ ਵਿੱਚ ਲੈ ਲੈਂਦੇ ਹੋ। ਕਿਉਂਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹਰ ਬਿਰਧ ਸੁਆਮੀ ਸੰਦਾ। ਤੁਹਾਡਾ ਇਹ ਸੁਭਾਅ ਹੈ, ਬਿਰਧ ਹੈ ਇਹ, ਵੀ ਜਿਹੜਾ ਸ਼ਰਨ 'ਚ ਆ ਗਿਆ ਉਹਨੂੰ ਕੰਠ ਨਾਲ ਲਾ ਲੈਂਦੇ ਹੋ। ਇਹ ਮਾਲਕ ਦਾ ਬਿਰਧ ਹੈ, ਮੁੱਢ ਕਦੀਮਾ ਸੁਭਾਅ ਹੈ, ਜਿਹਨੂੰ ਮਹਾਰਾਜ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਉਹ ਪ੍ਰਤਪਾਲਨਾ ਕਰਦਾ ਹੈ। ਤੇ ਇੱਥੇ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ ਕਿ ਹੁਣ ਮੈਂ ਸਮਝ ਗਿਆ ਤੇ ਮੈਂ ਤੇਰਾ ਅਣਜਾਣ ਬੱਚਾ ਹਾਂ। ਕਿਉਂਕਿ ਜਦੋਂ ਇੱਕ ਬੱਚਾ ਕਵੇ ਮਾਂ ਨੂੰ ਵੀ ਮੇਰੇ ਕੋਲੋਂ ਗਲਤੀ ਹੋਈ ਹੈ, ਮੇਰੇ ਕੋਲੋਂ ਭੁੱਲ ਹੋਈ ਹੈ, ਹਾਂ ਤੇ ਤੇਰਾ ਨਿਆਣਾ ਨਾ, ਤੇਰਾ ਹੀ ਬੱਚਾ ਹਾਂ, ਤੂੰ ਹੀ ਮੈਨੂੰ ਪੈਦਾ ਕੀਤਾ, ਤੂੰ ਹੀ ਵੱਡਾ ਕੀਤਾ, ਤੂੰ ਹੀ ਮੇਰੀ ਗਲਤੀਆਂ 'ਤੇ ਪਰਦੇ ਪਾਉਂਦੀ ਰਹੀ ਹੈ, ਫਿਰ ਮਾਂ ਦਾ ਹਿਰਦਾ ਵੀ ਪਿਘਲ ਤੁਰਦਾ ਹੈ ਵੀ ਚਲੋ ਹੁਣ ਗਲਤੀ ਨੂੰ ਸਮਝ ਰਿਹਾ ਹੈ। ਇਸ ਤਰ੍ਹਾਂ ਹੀ ਇੱਥੇ ਵਚਨ ਕੀਤੇ ਗਏ, ਕਹਿੰਦੇ ਤੂੰ ਮੇਰੇ ਅੰਦਰੋਂ ਮੇਰੀਆਂ ਭੁੱਲਾਂ ਦੂਰ ਕਰ। ਤੂੰ ਕਿਉਂ ਨਹੀਂ ਕਰਦਾ? ਮੈਂ ਹਾਂ ਤਾਂ ਤੇਰਾ ਬੱਚਾ ਹੀ ਨਾ, ਜਿਵੇਂ ਮਾਂ ਨਹੀਂ ਚਿਤਾਰਦੀ ਇਸ ਤਰ੍ਹਾਂ ਤੂੰ ਇੱਕ ਕਿਰਪਾ ਕਰ ਵੀ ਮੇਰੀਆਂ ਭੁੱਲਾਂ ਨੂੰ ਦੂਰ ਕਰ ਦੇ। ਮੈਂ ਤੇ ਚਾਹੁੰਦਾ ਵੀ ਤੂੰ ਮੇਰੀ ਭੁੱਲਾਂ ਜੀਵਨ ਵਿੱਚੋਂ ਸਾਰੀਆਂ ਦੂਰ ਕਰ ਦੇਵੇਂ। ਮੇਰੇ ਜੀਵਨ 'ਚ ਕੋਈ ਵੀ ਐਬ, ਕੋਈ ਗਲਤੀ, ਕੋਈ ਐਸੀ ਭੁੱਲ ਨਾ ਰਵੇ ਜਿਹੜੀ ਭੁੱਲ ਮੈਨੂੰ ਤੇਰੇ ਨਾਲੋਂ ਦੂਰ ਕਰ ਦੇਵੇ। ਇੱਕ ਵਚਨ ਆਪਾਂ ਇਹ ਵੀ ਪੜ੍ਹਦੇ ਨਾ ਕਿ ਸਵੇਰੇ ਦਾ ਭੁੱਲਿਆ ਜੇ ਸ਼ਾਮੀ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਜੇ ਅਸੀਂ ਕਿਤੇ ਉਹ ਭੁੱਲ ਨੂੰ ਕਿਤੇ ਅਹਿਸਾਸ ਕਰ ਲਈਏ ਜੀਵਨ 'ਚ, ਫਿਰ ਗੁਰੂ ਸਾਹਿਬ ਜੀ ਨੇ ਉਸ ਦ੍ਰਿਸ਼ ਨੂੰ ਸਾਡੇ ਸਾਹਮਣੇ ਰੱਖਿਆ। ਭਗਤ ਕਬੀਰ ਸਾਹਿਬ ਨੇ ਕਹਿਣ ਲੱਗੇ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਆਖਣ ਲੱਗੇ ਪੁੱਤਰ ਭਾਵੇਂ ਕਿਤਨੀਆਂ ਵੀ ਗਲਤੀ ਕਰੇ ਪਰ ਉਸ ਦੀ ਜਿਹੜੀ ਮਾਂ ਹੈ ਉਹ ਸਾਰੀਆਂ ਦੀ ਸਾਰੀਆਂ ਭੁੱਲਾਂ ਜਿਹੜੀ ਹੈ ਉਹ ਭੁਲਾ ਦਿੰਦੀ ਹੈ, ਉਹ ਯਾਦ ਨਹੀਂ ਰੱਖਦੀ, ਉਹ ਭੁਲਾ ਦਿੰਦੀ ਹੈ। ਇਸ ਤਰ੍ਹਾਂ ਹੀ ਉਹ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਜਿਤਨੀਆਂ ਮਰਜ਼ੀਆਂ ਗਲਤੀਆਂ ਕੀਤੀਆਂ ਹੋਣ ਅਤੇ ਅਸੀਂ ਗੁਰੂ ਸਾਹਿਬ ਨੂੰ ਆ ਕੇ ਕਹੀਏ ਸੱਚੇ ਪਾਤਸ਼ਾਹ ਮੈਂ ਗਲਤੀਆਂ ਕਰਦਾ ਰਿਹਾ, ਮੈਂ ਹੁਣ ਜਾਗਿਆ ਹਾਂ, ਮੈਨੂੰ ਸਮਝ ਆਈ ਮੈਂ ਜ਼ਿੰਦਗੀ 'ਚ ਕੋਈ ਚੰਗਾ ਕੰਮ ਕੀਤਾ ਹੀ ਨਹੀਂ। ਜੇ ਆਪਾਂ ਇੱਦਾਂ ਆ ਕੇ ਗੁਰੂ ਸਾਹਿਬ ਨੂੰ ਕਹੀਏ ਨਾ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰੇ ਹੈ ਔਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤੁਹਾਰੀ। ਸੱਚੇ ਪਾਤਸ਼ਾਹ ਮੇਰੇ ਵਿੱਚ ਔਗੁਣ ਹੀ ਔਗੁਣ ਨੇ, ਕਮੀਆਂ ਹੀ ਕਮੀਆਂ ਨੇ, ਮੇਰੇ ਵਿੱਚ ਭੁੱਲਾਂ ਹੀ ਭੁੱਲਾਂ ਨੇ, ਮੈਂ ਖਾਮੀਆਂ ਦਾ ਪੁਤਲਾ ਹਾਂ, ਮੇਰੇ ਸਾਰੇ ਔਗੁਣ ਨੇ। ਤੂੰ ਗੁਣ ਔਗੁਣ ਸਭ ਅਸਾਂ। ਮਹਾਰਾਜ ਬਾਣੀ 'ਚ ਇੱਕ ਥਾਂ ਲਿਖਦੇ ਵੀ ਤੂੰ ਗੁਣਾਂ ਦਾ ਸਾਗਰ ਹੈ ਅਤੇ ਅਸੀਂ ਜੋ ਔਗੁਣਾਂ ਨਾਲ ਭਰੇ ਹੋਏ ਹਾਂ। ਜਿਤਨੇ ਗੁਣ ਮੇਰੇ ਕੋਲ ਨੇ ਸਾਰੇ ਤੇਰੇ ਨੇ ਵਾਹਿਗੁਰੂ, ਜਿਹੜੇ ਔਗੁਣ ਨੇ ਸਾਰੇ ਮੇਰੇ ਨੇ।
ਔਗੁਣ ਸਾਰੇ ਮੇਰੇ ਨੇ, ਗੁਣ ਸਾਰੇ ਤੇਰੇ ਨੇ। ਭਾਈ ਗੁਰਦਾਸ ਜੀ ਕਹਿੰਦੇ ਮੇਰੇ ਹੈ ਔਗੁਣ ਤੂੰ ਗੁਣ ਸਾਗਰ। ਹੈ ਸੱਚੇ ਪਾਤਸ਼ਾਹ, ਮੇਰੇ ਸਾਰੇ ਔਗੁਣ ਨੇ, ਤੂੰ ਗੁਣਾਂ ਦਾ ਸਮੁੰਦਰ ਹੈ। ਜਾਤ ਰਸਾਤਲ, ਮੈਂ ਔਗੁਣਾ ਕਰਕੇ ਮੈਂ ਰਸਾਤਲ ਨੂੰ ਜਾ ਰਿਹਾ ਸੀ, ਮੈਂ ਨਿਮਾਣ ਨੂੰ ਜਾ ਰਿਹਾ ਸੀ। ਜੀਵਨ ਮੇਰਾ ਘਾਟੇ ਵਾਲੇ ਪਾਸੇ ਜਾ ਰਿਹਾ ਸੀ। ਇਸ ਕਰਕੇ ਓਟ ਤਿਹਾਰੀ, ਮੈਂ ਤੇਰੀ ਓਟ ਲਈ, ਤੇਰਾ ਆਸਰਾ ਲਿਆ, ਕਿਉਂਕਿ ਮੈਂ ਨਿਮਾਣ ਨੂੰ ਜਾ ਰਿਹਾ ਸੀ। ਜਦੋਂ ਸਾਨੂੰ ਲੱਗੇ ਨਾ ਵੀ ਸਾਡੇ ਜੀਵਨ ਪੱਧਰ ਘਟ ਰਿਹਾ, ਅਸੀਂ ਔਗੁਣਾਂ ਵੱਲ ਨੂੰ ਜਾ ਰਹੇ ਹਾਂ, ਤਾਂ ਭਾਈ ਗੁਰਦਾਸ ਜੀ ਦੀ ਤਰ੍ਹਾਂ ਸਾਨੂੰ ਫਰਿਆਦ ਗੁਰੂ ਚਰਨਾਂ 'ਚ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਵੀ ਮੇਰਾ ਮਨ ਹੋਰ ਪਾਸੇ ਤੁਰ ਪਿਆ ਹੁਣ, ਵੀ ਅਸੀਂ ਰਸਾਤਲ ਨੂੰ ਜਾ ਰਹੇ ਹਾਂ, ਕਿਰਪਾ ਕਰ ਅਸੀਂ ਉੱਪਰ ਜਾਈਏ। ਰਸਾਤਲ ਦਾ ਅਰਥ ਨਿਮਾਣ, ਔਗੁਣਾਂ ਵਾਲਾ ਪਾਸਾ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਕਦੀ ਤਾਂ ਅਸੀਂ ਰੱਬ ਵਰਗੇ ਹੀ ਹੋ ਜਾਂਦੇ ਹਾਂ, ਕਈ ਵਾਰੀ ਅਸੀਂ ਥੱਲੇ, ਪਿਆਲੇ ਦਾ ਅਰਥ ਹੈ ਖੂਹ 'ਚ ਡਿੱਗ ਜਾਂਦੇ ਹਾਂ, ਪਤਾਲ 'ਚ ਡਿੱਗ ਜਾਂਦੇ ਹਾਂ, ਨਿਮਾਣ ਨੂੰ ਚਲੇ ਜਾਂਦੇ ਹਾਂ। ਪਾਓ ਕਿ ਬੜੀ ਅਵਸਥਾ ਮਾੜੀ ਹੋ ਜਾਂਦੀ ਸਾਡੀ, ਕਈ ਵਾਰੀ ਅਸੀਂ ਰੱਬ ਵਰਗੇ ਹੀ ਹੋ ਜਾਂਦੇ ਹਾਂ। ਬੜਾ ਆਨੰਦ, ਰੱਬ ਨਾਲ ਜੁੜੋ, ਕਿਤਨਾ ਆਨੰਦ। ਜਦੋਂ ਉਹ ਅਵਸਥਾ ਟੁੱਟਦੀ ਹੈ ਬੜੇ ਨਿਰਾਸ਼ ਹੋ ਜਾਂਦੇ ਹਾਂ। ਇਹ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ ਤੇ ਇੱਕ ਮਾਂ ਦੇ ਅੱਗੇ ਵੀ, ਹੇ ਮਾਂ ਤੂੰ ਪੁੱਤਰ ਭਾਵੇਂ ਕਿੰਨੀਆਂ ਵੀ ਗਲਤੀਆਂ ਕਰੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰੱਖ ਤੇਤੇ। ਪਰ ਉਸਦੀ ਮਾਂ ਉਹ ਸਾਰੀਆਂ ਦੀ ਸਾਰੀਆਂ ਭੁੱਲਾਂ ਭੁਲਾ ਦਿੰਦੀ ਹੈ, ਸਾਰੀ ਦੀ ਸਾਰੀਆਂ ਗਲਤੀਆਂ ਨੂੰ ਭੁਲਾ ਦਿੰਦੀ ਹੈ, ਯਾਦ ਨਹੀਂ ਰੱਖਦੀ। ਇੱਥੇ ਹੀ ਬਸ ਨਹੀਂ ਕਹਿਣ ਲੱਗੇ ਭਗਤ ਕਬੀਰ ਸਾਹਿਬ, ਕਹਿੰਦੇ ਜੇ ਅਤ ਕਰੋਪ ਕਰੇ ਕਰ ਤਹਾਇਆ, ਤਾਂ ਵੀ ਚੀਤ ਨ ਰਾਖਸ ਮਾਇਆ। ਜੇ ਮੂਰਖ ਬੱਚਾ ਨਾ, ਕਹਿੰਦੇ ਨੇ ਬੜਾ ਕ੍ਰੋਧ ਕਰਕੇ ਤੇ ਮਾਂ ਨੂੰ ਮਾਰਨ ਲੱਗ ਪਏ, ਜਾਂ ਮਾਂ ਕੋਲੋਂ ਦੌੜ ਜਾਏ, ਘਰ ਛੱਡ ਜਾਏ। ਬੱਚੇ ਗੁੱਸਾ ਹੋ ਜਾਂਦੇ ਨੇ, ਰੁੱਸ ਜਾਂਦੇ ਹਨ, ਮੈਂ ਨਹੀਂ ਰਹਿਣਾ ਘਰ 'ਚ, ਮੈਂ ਛੱਡ ਕੇ ਚੱਲ ਰਿਹਾ। ਕਈ ਵਾਰੀ ਬੱਚੇ ਜਿਹੜੇ ਨੇ ਉਹ ਅਣਜਾਣਪੁਣੇ ਵਿੱਚ ਆਪਣੀ ਮਾਂ ਨੂੰ ਹੀ ਮਾਰਨ ਲੱਗ ਪੈਂਦੇ ਨੇ, ਜਿਹੜੀ ਮਾਂ ਨੇ ਜਨਮ ਦਿੱਤਾ, ਉਸਦੇ ਉੱਤੇ ਹੱਥ ਚਲਾਉਂਦੇ ਨੇ। ਕਈ ਵਾਰੀ ਅਸੀਂ ਸਮਾਜ 'ਚ ਦੇਖਦੇ ਹਾਂ, ਬੜੇ ਕ੍ਰੋਧ 'ਚ ਆ ਜਾਂਦਾ ਬੱਚਾ, ਗੁੱਸੇ 'ਚ ਆ ਜਾਂਦਾ। ਤੇ ਕਬੀਰ ਸਾਹਿਬ ਕਹਿੰਦੇ ਜੇ ਅਤ ਕਰੋਪ ਕਰੇ ਕਰ ਧਾਇਆ, ਜੇ ਮੂਰਖ ਬੱਚਾ ਬੜਾ ਕ੍ਰੋਧ ਕਰ ਕਰਕੇ ਮਾਂ ਨੂੰ ਮਾਰਨ ਲੱਗ ਪਏ, ਜਾਂ ਦੌੜ ਜਾਏ ਮਾਂ ਕੋਲੋਂ, ਦੌੜ ਜਾਏ। ਪਰ ਦੌੜ ਕੇ ਕੀ ਹੋਇਆ ਕਿ ਸ਼ਾਮ ਨੂੰ ਫਿਰ ਘਰ ਦੇ ਵਿੱਚ ਆ ਗਿਆ, ਸਾਰੇ ਪਾਸੇ ਘੁੰਮ ਕੇ ਆ ਗਿਆ, ਪਰ ਗੱਲ ਬਣੀ ਨਹੀਂ ਕੋਈ। ਘਰ ਦੀ ਯਾਦ ਆਈ। ਪਤਾ ਘਰ ਦੀ ਯਾਦ ਕਦੋਂ ਆਉਂਦੀ, ਇੱਕ ਗੱਲ ਯਾਦ ਰੱਖਿਓ, ਰੱਬ ਦੀ ਯਾਦ ਵੀ ਉਦੋਂ ਹੀ ਆਏਗੀ ਜਿਵੇਂ ਸਾਨੂੰ ਘਰ ਦੀ ਯਾਦ ਆਉਂਦੀ ਹੈ ਨਾ। ਜਦੋਂ ਅਸੀਂ ਘਰੋਂ ਜਾਂਦੇ ਹਾਂ ਔਰ ਬਾਹਰ ਜਾ ਕੇ, ਮੰਨ ਲਓ ਕੋਈ ਸਾਡੇ ਉਸਤਾਦ ਜੀ ਕਹਿੰਦੇ ਤੁਹਾਡੇ ਪਿੱਛੇ ਕੋਈ ਡੰਡਾ ਲੈ ਕੇ ਪੈ ਜਾਏ, ਕਹਿੰਦੇ ਰਸ ਇਹ ਲਓ, ਡੰਡਾ ਲੈ ਕੇ ਪੈ ਜਾਏ, ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇ, ਦੁਨੀਆ ਖੜੀ ਵੇਖਦੀ ਹੋਵੇ, ਫਿਰ ਬੰਦੇ ਨੂੰ ਆਪਣਾ ਘਰ ਚੇਤੇ ਆਉਂਦਾ। ਕਾਸ਼ ਮੇਰਾ ਘਰ ਹੁੰਦਾ, ਮੈਂ ਆਪਣੇ ਘਰ ਜਾ ਕੇ ਬਹਿ ਜਾਣਾ ਸੀ, ਲੁਕ ਜਾਣਾ ਸੀ, ਮੇਰੇ ਘਰਦਿਆਂ ਨੇ ਮੈਨੂੰ ਬਚਾ ਲੈਣਾ ਸੀ। ਇਸ ਤਰ੍ਹਾਂ ਸੰਸਾਰ ਦੀਆਂ ਉਲਝਣਾਂ ਵਿੱਚ ਫਸੇ ਹੋਏ ਮਨੁੱਖਾਂ ਨੂੰ ਗੁਰਬਾਣੀ ਕਹਿੰਦੀ ਹੈ, ਕਹਿੰਦੇ ਜਦੋਂ ਸੰਸਾਰ ਦੇ ਦੁੱਖਾਂ ਵਿੱਚ ਤੂੰ ਘਿਰ ਜਾਂਦਾ ਨਾ, ਤਾਂ ਫਿਰ ਜਾ ਕੇ ਬੰਦੇ ਨੂੰ ਗੁਰੂ ਘਰ ਦੀ ਯਾਦ ਆਉਂਦੀ। ਉਚਾਰਨ ਕਰੋ ਸਤਿਨਾਮ, ਫਿਰ ਗੁਰੂ ਚੇਤੇ ਆਉਂਦਾ, ਫਿਰ ਪਰਮਾਤਮਾ ਚੇਤੇ ਆਉਂਦਾ। ਟਾਈਮ ਮਹਾਰਾਜ ਨੇ ਕਿਹਾ ਵੀ ਦੁੱਖ ਦਾਰੂ ਸੁੱਖ ਰੋਗ, ਦੁੱਖ ਦਵਾਈ ਬਣ ਜਾਂਦੀ ਹੈ। ਦੁੱਖ ਆਇਆ, ਗੁਰੂ ਚੇਤੇ ਆ ਗਿਆ। ਸੁੱਖ ਸੀ ਬੰਦਾ ਭੁੱਲੀ ਬੈਠਾ ਸੀ ਗੁਰੂ ਨੂੰ, ਪਰਮਾਤਮਾ ਨੂੰ। ਦੁੱਖ ਘਰ ਨੂੰ ਚੇਤੇ ਕਰਾ ਦਿੰਦਾ, ਦੁੱਖ ਰੱਬ ਨੂੰ ਚੇਤੇ ਕਰਾ ਦਿੰਦਾ, ਕਿਉਂਕਿ ਜੋ ਘਰ ਦੇ ਵਿੱਚ ਹੈ, ਕਿਉਂਕਿ ਜੋ ਸੁੱਖ ਘਰ ਦੇ ਵਿੱਚ ਨੇ ਉਹ ਕਿਤੇ ਨਹੀਂ ਮਿਲ ਸਕਦੇ। ਇਸ ਕਰਕੇ ਇੱਕ ਬੱਚਾ ਲੜ ਕੇ, ਮਾਂ ਨਾਲ ਗੁੱਸਾ ਹੋ ਕੇ, ਕ੍ਰੋਧਿਤ ਹੋ ਕੇ ਦੌੜ ਜਾਂਦਾ ਹੈ। ਉਹ ਵਾਪਸ ਜਦੋਂ ਆਉਂਦਾ ਹੈ
ਤਾਂ ਮਾਂ ਕੀ ਕਰਦੀ ਹੈ, ਤਾਂ ਵੀ ਚੀਤ ਨਾ ਰੱਖ ਸਮਾਇਆ। ਫਿਰ ਆਪਣੇ ਬੱਚੇ ਨੂੰ ਗਲਵੱਕੜੀ ਵਿੱਚ ਲੈਂਦੀ ਹੈ, ਮੱਥਾ ਚੁੰਮਦੀ ਹੈ, ਪਿਆਰ ਕਰਦੀ ਹੈ, ਸਿਰ 'ਤੇ ਹੱਥ ਫੇਰਦੀ ਹੈ ਵੀ ਮੇਰਾ ਬੱਚਾ ਵਾਪਸ ਆ ਗਿਆ, ਲਾਡ ਲਡਾਉਂਦੀ ਹੈ। ਆਖਣ ਲੱਗੇ ਇਸ ਤਰ੍ਹਾਂ ਰੱਬ ਦਾ ਸੁਭਾਅ ਹੈ। ਪਾਓ ਕਿ ਤਾਂ ਵੀ ਮਾਂ ਜਿਹੜੀ ਹੈ ਨਾ, ਉਸਦੇ ਮੂਰਖਪੁਣੇ ਨੂੰ ਚੇਤੇ ਨਹੀਂ ਰੱਖਦੀ ਵੀ ਇਹ ਮੂਰਖ ਜੋ ਮੇਰੇ ਨਾਲ ਹੁਣੇ ਲੜ ਕੇ ਗਿਆ ਸੀ, ਮੈਨੂੰ ਗਾਲਾਂ ਵੀ ਕੱਢ ਕੇ ਗਿਆ ਸੀ, ਮਾੜਾ ਬੋਲ ਕੇ ਗਿਆ ਸੀ, ਵਾਪਸ ਆ ਗਿਆ, ਪਰ ਉਹ ਮਾਂ ਚੇਤੇ ਨਹੀਂ ਰੱਖਦੀ। ਮਾਂ ਦਾ ਐਡਾ ਸੁਭਾਅ ਹੈ। ਇਸ ਤਰ੍ਹਾਂ ਦਾ ਸੁਭਾਅ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਮੈਂ ਸੋਚਦਾ ਹਾਂ ਸੱਚੇ ਪਾਤਸ਼ਾਹ ਜਿਤਨੀਆਂ ਗਲਤੀਆਂ ਅਸੀਂ ਕਰਦੇ ਹਾਂ, ਜਿਤਨੇ ਔਗੁਣ ਸਾਡੇ ਵਿੱਚ ਨੇ, ਜੇ ਕਿਤੇ ਤੁਸੀਂ ਵੀ ਸਾਡੇ ਵਰਗੇ ਹੋ ਤੇ ਸਾਡਾ ਤਾਂ ਕੋਈ ਉਧਾਰ ਨਹੀਂ ਹੋ ਸਕਦਾ, ਸਾਡੀ ਤਾਂ ਕੋਈ ਬਾਂਹ ਨਹੀਂ ਫੜ ਸਕਦਾ। ਪਰ ਅਸੀਂ ਜਿਤਨੀ ਮਰਜ਼ੀ ਗਲਤੀਆਂ ਕਰੀਏ, ਤੇਰੇ ਦਰ 'ਤੇ ਆ ਜਾਂਦੇ, ਤੂੰ ਤਾਂ ਵੀ ਸਾਨੂੰ ਆਪਣੇ ਨਾਲ ਜੋੜ ਲੈਂਦਾ। ਤਾਂ ਹੀ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਚਨ ਕੀਤੇ ਵੀ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਆ ਕੇ ਇੱਕ ਅਹਿਸਾਸ ਮਿਲਿਆ ਕਿ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਤੂੰ ਗਈ ਹੋਈ ਅਵਸਥਾ ਨੂੰ ਬੋਹੜ ਕੇ ਲਿਆਉਣ ਵਾਲਾ ਹੈ, ਤੂੰ ਬੰਧਨਾਂ ਤੋਂ ਛਡਾਉਣ ਵਾਲਾ ਹੈ। ਨਿਰੰਕਾਰ ਦੁਖਦਾਰੀ, ਨਿਰੰਕਾਰ ਦਾ ਨਾਮ ਦੁੱਖਾਂ ਦੇ ਵਿੱਚ ਦਾਰੂ ਹੈ, ਦਵਾਈ ਹੈ। ਪਰ ਮੈਂ ਕਿੱਦਾਂ ਅਭਾਗਾ ਹਾਂ, ਤੂੰ ਇਤਨਾ ਕੁਛ ਕਿਰਪਾਲੂ ਹੈ, ਐਡੀ ਕਿਰਪਾ ਕਰਦਾ ਹੈ, ਪਰ ਮੈਨੂੰ ਵੇਖਣਾ ਕਰਮ ਨਾ ਜਾਣਾ, ਮੈਂ ਕੋਈ ਕਰਮ ਜਾਣਦਾ ਹੀ ਨਹੀਂ, ਧਰਮ ਨਾ ਜਾਣਾ, ਮੈਂ ਧਰਮ ਨੂੰ ਵੀ ਨਹੀਂ ਸਮਝਦਾ। ਮੈਂ ਤੇਰੇ ਦਰ 'ਤੇ ਆਉਣਾ, ਲੋਭੀ ਮਾਇਆ ਧਾਰੀ, ਮਾਇਆ ਦਾ ਲੋਭੀ ਤੇਰੇ ਦਰ 'ਤੇ ਆਉਣਾ। ਦ੍ਰਿਸ਼ ਬੜਾ ਪਿਆਰਾ ਪੇਸ਼ ਕੀਤਾ ਵੀ ਸੱਚੇ ਪਾਤਸ਼ਾਹ ਮੇਰੇ ਕੋਲ ਨਾ ਕੋਈ ਕਰਮ ਹੈ, ਨਾ ਕੋਈ ਧਰਮ ਹੈ, ਮੈਂ ਮਾਇਆ ਦਾ ਲੋਭੀ ਤੇਰੇ ਦਰ 'ਤੇ ਆਉਣਾ ਹਾਂ। ਔਰ ਸਾਡੀ ਜਿਹੜੀ ਹਾਲਤ ਹੈ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਵਿੱਚ ਹੋਰ ਬਿਆਨ ਕੀਤੀ। ਮਹਾਰਾਜ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਸੀਂ ਪਾਪੀਆਂ, ਤੁਸੀਂ ਸਾਡੇ ਪਾਪਾਂ ਨੂੰ ਖੰਡਨ ਕਰਨ ਵਾਲੇ। ਤਾਂ ਵੀ ਚੀਤ ਨਾ ਰੱਖ ਸਮਾਇਆ। ਇਹ ਪਰਮਾਤਮਾ ਤੇ ਗੁਰੂ ਦਾ ਬਿਰਦ ਹੈ, ਇਹ ਮੇਰੇ ਮਾਲਕ ਦਾ ਸੁਭਾਅ ਹੈ। ਕਿੱਡਾ ਨਿੱਘਾ ਸੁਭਾਅ ਹੈ। ਨਾ ਕੋਈ ਕਰਮ ਹੈ ਸਾਡੇ ਕੋਲ, ਨਾ ਕੋਈ ਧਰਮ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵੀ ਜਿਹਨੇ ਮੇਰੀ ਇੱਜ਼ਤ ਰੱਖ ਲਈ, ਵਾਹਿਗੁਰੂ ਜੀ ਨੇ, ਵਾਹਿਗੁਰੂ ਨੇ ਮੇਰੇ 'ਤੇ ਕਿਰਪਾ ਕਰ ਦਿੱਤੀ। ਕਿਉਂ? ਕਿਉਂਕਿ ਮਾਂ ਵੀ ਜਿਹੜੀ ਹੈ ਉਹਦੇ ਮੂਰਖਪੁਣੇ ਨੂੰ ਚੇਤੇ ਨਹੀਂ ਕਰਦੀ। ਗੁਰੂ ਵੀ ਸਾਡੇ ਮੂਰਖਪੁਣੇ ਨੂੰ ਚੇਤੇ ਨਹੀਂ ਰੱਖਦਾ। ਗੁਰੂ ਨੂੰ ਪਤਾ ਵੀ ਇਹਨੇ ਮੂਰਖਤਾਈ ਕੀਤੀ ਹੈ, ਇਹ ਮਨ ਦੇ ਪਿੱਛੇ ਤੁਰਦਾ ਰਿਹਾ, ਮਨਮੁਖ ਬਣ ਕੇ ਜ਼ਿੰਦਗੀ ਆਪਣੀ ਐਵੇਂ ਅਜਾਈਂ ਗਵਾਉਂਦਾ ਰਿਹਾ। ਪਰ ਜੇ ਕੋਈ ਮਨਮੁਖ ਵੀ ਗੁਰੂ ਦੇ ਦਰ 'ਤੇ ਆਉਣ ਲੱਗ ਪਵੇ ਨਾ, ਗੁਰੂ ਦੀ ਸ਼ਰਨ ਵਿੱਚ ਆਉਣ ਲੱਗ ਪਵੇ, ਤਾਂ ਪਤਾ ਗੁਰੂ ਕੀ ਕਰਦਾ ਹੈ। ਜਿਹੜਾ ਕਹਿੰਦਾ ਸੱਚੇ ਪਾਤਸ਼ਾਹ ਕਰਮ ਨਾ ਜਾਣਨਾ, ਧਰਮ ਨਾ ਜਾਣਨਾ, ਲੋਭੀ ਮਾਇਆ ਧਾਰੀ, ਪਰਮਾਤਮਾ ਕਹਿੰਦੇ ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਫਿਰ ਹਮਾਰੀ ਨਹੀਂ ਕਿਹਾ ਸਤਿਗੁਰੂ ਨੇ। ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਹੁਣ ਨਾਮ ਗੋਬਿੰਦ ਦਾ ਭਗਤ ਪੈ ਗਿਆ। ਲੋਕ ਦੇਖ ਕੇ ਕਹਿੰਦੇ ਗੁਰੂ ਨਾਨਕ ਦਾ ਸਿੱਖ ਤੁਰਿਆ ਜਾਂਦਾ, ਇਹ ਗੁਰੂ ਕਾ ਪਿਆਰਾ ਹੈ, ਇਹ ਤਾਂ ਭਗਤ ਬੰਦਾ ਹੈ। ਭਗਤ ਬਣਿਆ ਕੋਈ ਨਹੀਂ ਮੈਂ, ਭਗਤੀ ਨਹੀਂ, ਜੀਵਨ 'ਚ ਚੰਗੇ ਕਰਮ ਨਹੀਂ। ਲੋਕ ਕਹਿੰਦੇ ਭਗਤ ਹੈ, ਬੜਾ ਬੜਾ ਗੁਰਮੁਖ ਹੈ, ਬੜਾ ਬੀਬਾ ਹੈ। ਹੁਣ ਸੱਚੇ ਪਾਤਸ਼ਾਹ ਹੁਣ ਨਾਮ ਪੈ ਗਿਆ, ਗੋਬਿੰਦ ਦਾ ਭਗਤ ਬਣਿਆ ਨਹੀਂ ਆ। ਇਸ ਕਰਕੇ ਰਾਖੋ ਪੈਜ ਤੁਮਾਰੀ। ਸੱਚੇ ਪਾਤਸ਼ਾਹ ਨੂੰ ਕਿਰਪਾ ਕਰਨੀ ਵੀ ਹੁਣ ਇਹ ਪੈਜ ਤੇਰੀ ਹੈ। ਜੇ ਲੋਕ ਭਗਤ ਕਹਿੰਦੇ ਮੈਂ ਭਗਤ ਨਹੀਂ ਹਾਂ, ਜੇ ਹੁਣ ਮੇਰੇ ਕੋਲੋਂ ਕੁਛ ਐਸਾ ਕੰਮ ਹੋਇਆ ਨਾ, ਤੇ ਲੋਕਾਂ ਨੇ ਤੈਨੂੰ ਕਹਿਣਾ ਵੀ ਤੇਰਾ ਭਗਤ ਸੀ ਕਿੱਦਾਂ ਦਾ ਕੰਮ ਕਰ ਗਿਆ। ਭਗਤ ਮੈਂ ਹੈ ਨਹੀਂ ਸੀ, ਪਰ ਲੋਕ ਕਹਿੰਦੇ ਸੀ ਭਗਤ। ਇਸ ਕਰਕੇ ਰਾਖੋ ਪੈਜ ਤੁਮਾਰੀ, ਹੁਣ ਇਹ ਇੱਜ਼ਤ ਵੀ ਤੇਰੀ ਹੈ, ਹੁਣ ਮੇਰੀ ਨਹੀਂ ਇੱਜ਼ਤ ਹੈ। ਅਤੇ ਵਾਹਿਗੁਰੂ ਫਿਰ ਜਦੋਂ ਕੋਈ ਇੱਦਾਂ ਸਤਿਗੁਰੂ ਦੇ ਚਰਨਾਂ 'ਚ ਆਉਂਦਾ, ਆ ਕੇ ਬੇਨਤੀ ਕਰਦਾ ਹੈ ਨਾ, ਅਤੇ ਸਤਿਗੁਰੂ ਫਿਰ ਕਿਰਪਾ ਵੀ ਕਰਦੇ ਪਿਆਰਿਓ, ਰਹਿਮਤ ਵੀ ਕਰਦੇ ਨੇ ਸਤਿਗੁਰੂ। ਅਤੇ ਕਬੀਰ ਸਾਹਿਬ ਕਹਿੰਦੇ ਮਾਂ ਦੇਖੋ ਉਸਦੇ ਮੂਰਖਪੁਣੇ ਨੂੰ ਚੇਤੇ ਨਹੀਂ ਕਰਦੀ। ਜੇ ਉਹ ਕ੍ਰੋਧ ਕਰਕੇ ਮਾਂ ਨੂੰ ਕੁੱਟਦਾ, ਦੌੜ ਕੇ ਘਰ ਛੱਡ ਕੇ ਚਲਾ ਜਾਂਦਾ, ਵਾਪਸ ਆਉਂਦਾ, ਫਿਰ ਉਸ ਨੂੰ ਗਲਵੱਕੜੀ ਵਿੱਚ ਲੈਂਦੀ ਹੈ, ਮੱਥਾ ਚੁੰਮਦੀ ਹੈ, ਪਿਆਰ ਕਰਦੀ ਹੈ।
ਅਗਲੇ ਬਚਨ ਕੀਤੇ, ਕਹਿਣ ਲੱਗੇ ਚਿੰਤ ਭਵਨ ਮਨ ਭਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਹੇ ਮੇਰੇ ਸੋਹਣੇ ਰਾਮ, ਹੇ ਮੇਰੇ ਪ੍ਰਭੂ, ਮੇਰਾ ਮਨ ਚਿੰਤਾ ਦੇ ਖੂਹ ਵਿੱਚ ਪਿਆ ਹੋਇਆ ਹੈ। ਚਿੰਤ ਭਵਨ, ਭਵਨ ਦਾ ਅਰਥ ਹੁੰਦਾ ਵੈਸੇ ਘਰ। ਚਿੰਤ ਭਵਨ ਦਾ ਚਿੰਤਾ ਦੇ ਭਵਨ ਵਿੱਚ ਪਾਓ ਕਿ ਚਿੰਤਾ ਦੀ ਘੁੰਮਣ ਘੇਰੀ ਦੇ ਵਿੱਚ ਮੇਰਾ ਮਨ ਪਿਆ ਹੋਇਆ ਹੈ। ਮਨ ਭਰਿਓ ਹਮਾਰਾ, ਮੇਰਾ ਮਨ ਚਿੰਤਾ ਦੀ ਘੁੰਮਣ ਘੇਰੀ ਵਿੱਚ, ਚਿੰਤਾ ਦੇ ਇਸ ਖੂਹ ਦੇ ਵਿੱਚ ਪਿਆ ਹੋਇਆ ਹੈ। ਤੇ ਕਹਿਣ ਲੱਗੇ ਨਾਮ ਬਿਨਾਂ ਕੈਸੇ ਉਤਰਸ ਪਾਰਾ, ਮੈਂ ਸਦਾ ਭੁੱਲਾਂ ਹੀ ਕਰਦਾ ਹਾਂ। ਇਸ ਘੁੰਮਣ ਘੇਰੀ ਵਿੱਚ ਪਏ ਹੋਏ ਕਰਕੇ ਭੁੱਲਾਂ ਕਰਦੇ ਸੀ। ਅਸੀਂ ਜਦੋਂ ਇਸ ਸੰਸਾਰ ਦੀ ਇਸ ਚਿੰਤਾ ਦੀ ਘੁੰਮਣ ਘੇਰੀ ਵਿੱਚ ਪੈ ਜਾਂਦੇ ਹਾਂ, ਜਦੋਂ ਸਾਨੂੰ ਲੱਗਦਾ ਵੀ ਪਰਿਵਾਰ ਕਿਵੇਂ ਪਲੇਗਾ, ਇਹ ਕਿੱਦਾਂ ਹੋਏਗਾ ਸਾਰਾ ਕੁਛ, ਫਿਰ ਅਸੀਂ ਲੋਕਾਂ ਦੇ ਹੱਕ ਮਾਰਨੇ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੰਦੇ ਹਾਂ। ਘੁੰਮਣ ਪੇ ਘੇਰੀਏ ਫਿਰ ਚਿੰਤਾ ਤੁਰ ਹੁੰਦੇ, ਜਿਵੇਂ ਕਿ ਸ੍ਰਿਸ਼ਟੀ ਨੂੰ ਜਦੋਂ ਤੋਂ ਬਣੀ ਹੈ ਅਸੀਂ ਉਸ ਨੂੰ ਪਾ ਲਿਆ, ਸਾਡੇ ਕਰਕੇ ਹੀ ਉਹ ਸੰਸਾਰ ਚੱਲ ਰਿਹਾ। ਇਸ ਘੁੰਮਣ ਘੇਰੀ 'ਚ ਪੈ ਗਏ ਸੀ। ਇਸ ਕਰਕੇ ਸਾਡੇ ਜੀਵਨ ਦੇ ਵਿੱਚੋਂ ਬੇਅੰਤ ਭੁੱਲਾਂ ਹੋ ਜਾਂਦੀਆਂ, ਬੇਅੰਤ ਗਲਤੀਆਂ ਕਰਦੇ ਹਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ, ਉਹ ਵੀ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਮੈਂ ਸਦਾ ਹੀ ਭੁੱਲਾਂ ਕਰਦਾ ਰਹਿੰਦਾ ਹਾਂ। ਪਰ ਹੁਣ ਇੱਕ ਗੱਲ ਮੈਂ ਕਰਨੀ ਚਾਹਾਂਗਾ। ਕਹਿਣ ਲੱਗੇ ਸਾਹਿਬ ਕਹਿੰਦੇ ਨਾਮ ਬਿਨਾਂ ਕੈਸੇ ਉਤਰਸ ਪਾਰਾ, ਤੇਰੇ ਨਾਮ ਸਿਮਰਨ ਤੋਂ ਬਿਨਾਂ ਕਿਵੇਂ ਇਸ ਚਿੰਤਾ ਵਿੱਚੋਂ ਪਾਰ ਲੰਘਾਂ। ਹੁਣ ਨਹੀਂ ਲੰਘਿਆ ਜਾ ਸਕਦਾ। ਇਹ ਚਿੰਤਾ ਤੋਂ ਬਚਣਾ ਤੇ ਤੇਰੇ ਨਾਮ ਤੋਂ ਬਿਨਾਂ ਨਹੀਂ। ਇਸ ਕਰਕੇ ਕਿਰਪਾ ਕਰ ਆਪਣੇ ਨਾਮ ਦੀ ਦਾਤ ਮੈਨੂੰ ਦੇ। ਤੇਰੇ ਨਾਮ ਤੋਂ ਬਿਨਾਂ ਪਾਰ ਨਹੀਂ ਹੋ ਸਕਦਾ, ਤੇਰਾ ਨਾਮ ਹੀ ਮੈਨੂੰ ਪਾਰ ਕਰ ਸਕਦਾ ਹੈ। ਕਿਉਂਕਿ ਅੰਦਰ ਜਿਹੜੀ ਚਿੰਤਾ ਹੈ ਨਾ, ਇਸ ਚਿੰਤਾ ਨੂੰ ਚਿੰਤਨ ਹੀ ਦੂਰ ਕਰ ਸਕਦਾ ਹੈ। ਇਸ ਕਰਕੇ ਬਾਣੀ ਕਹਿੰਦੀ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ। ਗੁਰੂ ਦੇ ਚਰਨਾਂ ਨਾਲ ਜੁੜ ਜਾ ਤੇ ਚਿੰਤਾ ਛੱਡ ਅਚਿੰਤ ਹੋ ਜਾ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇਹ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਤੂੰ ਚਿੰਤਾ ਨਾ ਕਰ, ਚਿੰਤਾ ਤਾਂ ਕਰਤੇ ਨੂੰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜਲ ਉਪਾਇਨ ਤਿਨਾ ਵੀ ਰੋਜੀ ਦੇ। ਇਹ ਹੈ ਨਾਮ। ਜਦੋਂ ਅਸੀਂ ਚਿੰਤਾ ਤੋਂ ਹੁੰਦੇ ਹਾਂ ਨਾ, ਜਦੋਂ ਇਹ ਗੱਲ ਗੁਰੂ ਸਾਹਿਬ ਦੀ ਸੁਣਦੇ ਹਾਂ, ਇਹ ਵਚਨ ਸੁਣਦੇ ਹਾਂ, ਕੀਮਤੀ ਵਾਕ ਨੇ, ਬੜੇ ਮਹਿੰਗੇ ਵਾਕ ਨੇ, ਸਾਡਾ ਅੱਧਾ ਬੋਝ ਲੱਥ ਜਾਂਦਾ ਹੈ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਵੀ ਗੁਰੂ ਪਿਤਾ ਕਹਿ ਰਿਹਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਐਵੇਂ ਤੂੰ ਤਪ ਨਾ, ਚਿੰਤਾ ਤਾਂ ਕਿਸੇ ਹੋਰ ਨੂੰ ਤੇਰੀ। ਹਲਕੇ ਹੋ ਜਾਂਦੇ ਨਾ ਆਪਾਂ ਜਦੋਂ ਗੁਰੂ ਦੇ ਵਚਨ ਸੁਣਦੇ ਹਾਂ। ਇਸ ਕਰਕੇ ਕਈ ਬੰਦੇ ਮੈਨੂੰ ਪੁੱਛਦੇ ਹੁੰਦੇ ਵੀ ਜਦੋਂ ਸਵੇਰੇ ਦੇਖਦੇ ਗੁਰਦੁਆਰੇ ਬੰਦੇ ਸੁੱਤੇ ਬੜੇ ਮਿਲਦੇ। ਮੈਂ ਕਈ ਵਾਰੀ ਕਾਰੋਬਾਰ ਕਰਦੇ, ਪਰਿਵਾਰ 'ਚ ਵਿਚਰਦੇ, ਲੜਾਈ ਝਗੜੇ ਕਲ ਕਲੇਸ਼ ਬੰਦਾ ਰਹਿੰਦਾ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਵੇਰੇ ਉੱਠ ਕੇ ਗੁਰੂ ਦਰ 'ਤੇ ਚਲਾ ਜਾਂਦਾ ਵੀ ਚਲੋ ਗੁਰੂ ਦਰ ਚਲੀਏ। ਨੀਂਦ ਨਹੀਂ ਆ ਰਹੀ ਤਾਂ ਬੰਦਾ, ਬਹੁਤੇ ਲੋਕ ਹੁੰਦੇ ਜਦੋਂ ਨੀਂਦ ਨਹੀਂ ਆ ਰਹੀ, ਹੁਣ ਸੋਣਾ ਤਾਂ ਹੈ ਨਹੀਂ, ਉੱਠੀਏ ਇਸ਼ਨਾਨ ਕਰੀ ਚਲੋ ਗੁਰੂ ਦਰ 'ਤੇ ਚੱਲਦੇ। ਕੋਈ ਬੰਗਲਾ ਸਾਹਿਬ ਨੂੰ ਚਲਾ ਜਾਂਦਾ, ਕੋਈ ਇੱਥੇ ਆ ਜਾਂਦਾ, ਕੋਈ ਕਿਤੇ ਹੋਰ ਨੇੜੇ ਤੇੜੇ, ਜਿੱਥੇ ਵੀ ਜਿਹਦੀ ਭਾਵਨਾ ਜੁੜੀ ਹੋਈ ਹੈ। ਅਤੇ ਉੱਥੇ ਜਾ ਕੇ ਜਦੋਂ ਗੁਰੂ ਕਾ ਸ਼ਬਦ ਸੁਣਿਆ, ਜਦੋਂ ਸ਼ਬਦ ਸੁਣਿਆ ਸਵੇਰੇ, ਮੰਨ ਲਓ ਇਹ ਸ਼ਬਦ ਲਾ ਦਿੱਤਾ ਕਿ ਬਾਬੇ ਅੰਮ੍ਰਿਤ ਵੇਲੇ ਬੋਲਿਆ ਤਾਦਨ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ। ਅਤੇ ਬੰਦੇ ਦੇ ਮਨ 'ਚ ਆਉਂਦਾ ਵੀ ਜੇ ਇੱਕ ਬਵੇ ਦੀ ਪੁਕਾਰ ਸੁਣੀ ਗਈ ਅਤੇ ਉਸ ਦੇ ਉੱਤੇ ਕਿਰਪਾ ਕਰ ਦਿੱਤੀ ਅਤੇ ਬਰਸਾਤ ਆ ਗਈ, ਮੇਰੀ ਕਿਉਂ ਨਹੀਂ ਸੁਣੇਗਾ। ਇਤਨੀ ਗੱਲ ਅੰਦਰ ਨੂੰ ਅਟੈਚ ਕਰੀ ਵੀ ਮੇਰੀ ਵੀ ਸੁਣੇਗਾ। ਬੰਦਾ ਆਪਣੀ ਚਿੰਤਾ ਭੁੱਲ ਗਿਆ, ਉਸ ਅਰਦਾਸ 'ਚ ਲੱਗ ਗਿਆ, ਉਸ ਵੇਲੇ ਨੀਂਦ ਆ ਗਈ। ਇੱਕ ਸੱਚਾਈ ਹੈ। ਇਸ ਕਰਕੇ ਤੁਸੀਂ ਦੇਖੋ ਕਈ ਵਾਰੀ ਬਹੁਤੇ ਬੰਦੇ ਸੋ ਜਾਂਦੇ ਨੇ। ਕੋਈ ਸ਼ਬਦ ਇੱਦਾਂ ਦਾ ਸੁਣਿਆ ਵੀ ਤੂੰ ਕਿਉਂ ਸੰਸਾਰ ਵਿੱਚ ਆ ਕੇ ਕਲਪਦਾ ਹੈ, ਜਦੋਂ ਸੁਣਿਆ ਕਿ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਬੰਦਾ ਕਲਪ ਰਿਹਾ ਸੀ, ਜਦੋਂ ਗੁਰੂ ਨੇ ਕਹਿ ਦਿੱਤਾ ਜਿੰਨੇ ਪੈਦਾ ਕੀਤਾ ਆਧਾਰ ਵੀ ਤੈਨੂੰ ਦੇਗਾ, ਬੰਦਾ ਹਲਕਾ ਹੋ ਗਿਆ। ਅਰੇ ਇਹ ਕੋਈ ਗੱਲ, ਮੈਨੂੰ ਕਹਿੰਦੇ ਫਿਰ ਘਰ ਸੌਣਾ ਚਾਹੀਦਾ। ਮੈਂ ਘਰ ਨੀਂਦ ਹੀ ਨਹੀਂ ਸੀ ਆ ਰਹੀ, ਘਰ ਕੀ ਸੁਣਦਾ।
ਤੇ ਬੰਦੇ ਨੂੰ ਘਰ ਨੀਂਦ ਹੀ ਨਹੀਂ ਆ ਰਹੀ, ਉਹ ਗਿਆ ਇਸ ਕਰਕੇ ਸੀ ਵੀ ਨੀਂਦ ਨਹੀਂ ਸੀ ਆ ਰਹੀ, ਇਸ਼ਨਾਨ ਕੀਤਾ, ਗੁਰਦੁਆਰੇ ਚਲਾ ਗਿਆ। ਤੇ ਮੈਨੂੰ ਕੋਈ ਕਹਿੰਦਾ ਵੀ ਉੱਥੇ ਸਹੀ ਨਹੀਂ ਨਾ। ਮੈਂ ਉਹਨੂੰ ਕਿਹਾ ਵੀ ਗੱਲ ਸੁਣ, ਬੱਚਾ ਕਹਿੰਦੇ ਘਰ ਖੇਡਦਾ ਹੋਵੇ, ਘਰ ਦੇ ਕਿਸੇ ਮਰਜ਼ੀ ਕੋਨੇ ਸੋ ਜਾਵੇ, ਕੋਈ ਖਤਰਾ ਨਹੀਂ ਹੈ। ਬੱਚਾ ਰੋਡ 'ਤੇ ਖੇਡਦਾ ਹੋਵੇ, ਕਿਤੇ ਸੋ ਜਾਏ, ਖਤਰਾ ਹੀ ਖਤਰਾ। ਉਚਾਰਨ ਕਰੋ ਸਤਿਨਾਮ। ਜੇ ਗੁਰੂ ਘਰ 'ਚ ਸੁੱਤਾ ਕੋਈ ਗੱਲ ਨਹੀਂ। ਔਰ ਕਈ ਵਾਰੀ ਤਾਂ ਐਸਾ ਹੋਇਆ ਕਿ ਬੰਦਿਆਂ ਨੂੰ ਅਰਦਾਸ ਹੋ ਗਈ, ਹੁਕਮਨਾਮਾ ਤਾਂ ਪ੍ਰਸਾਦ ਲੈਣ ਵਾਸਤੇ ਜਦੋਂ ਸੇਵਾਦਾਰ ਵੀਰ ਆਏ ਵੀ ਉੱਠ ਜਾਓ, ਤਾਂ ਉਹ ਉੱਠੇ, ਉਹਨਾਂ ਨੂੰ ਉਦੋਂ ਜਾਗ ਆਈ। ਅਰਦਾਸ ਕਦੋਂ ਹੋ ਗਈ, ਬੈਠੇ ਹੀ ਰਹੇ, ਪਤਾ ਹੀ ਨਹੀਂ ਲੱਗਿਆ, ਕਿਸੇ ਨੇ ਉਠਾਇਆ ਹੀ ਨਹੀਂ, ਕਿਉਂਕਿ ਸੋਚਦੇ ਵਿੱਚ ਕੋਈ ਨਹੀਂ, ਆਪਣੀ ਮਸਤੀ 'ਚ ਬੰਦਾ, ਕੋਈ ਗੱਲ ਨਹੀਂ ਉੱਠਿਆ ਤਾਂ ਕੋਈ ਗੱਲ ਨਹੀਂ। ਸਾਡਾ ਮਨ ਚਿੰਤਾਵਾਂ ਦੇ ਨਾਲ ਘਿਰਿਆ ਹੋਇਆ ਹੈ, ਔਰ ਚਿੰਤਾ ਦੀ ਘੁੰਮਣ ਘੇਰੀ 'ਚ ਪਿਆ ਹੋਇਆ, ਅਤੇ ਅਸੀਂ ਭੁੱਲਾਂ ਕਰਦੇ ਹਾਂ। ਚਿੰਤਾ ਕਿਸ ਗੱਲ ਦੀ? ਆਪਣੀ ਭੁੱਲਾਂ ਦੀ ਚਿੰਤਾ ਹੈ, ਵੀ ਜੋ ਗਲਤੀਆਂ ਕੀਤੀਆਂ ਜੇ ਸਭ ਨੂੰ ਪਤਾ ਚੱਲ ਜਾਣ, ਹੈ ਜੀ। ਆਪਾਂ ਕਿੰਨੇ ਕਲਪ ਜਾਂਦੇ ਹਾਂ ਵੀ ਜਿਹੜੀ ਮੇਰੀ ਗਲਤੀ ਜੇ ਪਰਿਵਾਰ ਨੂੰ ਪਤਾ ਚੱਲ ਗਿਆ, ਬੱਚਿਆਂ ਨੂੰ ਪਤਾ ਲੱਗ ਗਿਆ, ਲੋਕਾਂ ਨੂੰ ਪਤਾ ਚੱਲ ਗਿਆ ਇਸ ਗਲਤੀ ਦਾ, ਫਿਰ ਦਿਲ ਦਿਮਾਗ ਸਾਡਾ ਪਰੇਸ਼ਾਨ ਹੋ ਜਾਂਦਾ, ਚਿੰਤਾ 'ਚ ਪੈ ਜਾਂਦੇ ਜਦੋਂ ਅਸੀਂ ਕੋਈ ਐਸੀ ਗਲਤੀ ਕਰਦੇ ਹਾਂ, ਕੋਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜਾ ਕੰਮ ਨਹੀਂ ਕਰਨਾ ਚਾਹੀਦਾ ਪਰ ਬੰਦੇ ਨੇ ਕਰ ਲਿਆ, ਉਸ ਦੇ ਪਿੱਛੇ ਉਹਨੂੰ ਚਿੰਤਾ ਪੈ ਜਾਂਦੀ ਹੈ, ਉਹਦੇ ਵਿੱਚ ਉਹ ਵਿਚਾਰਾ ਵਿਆਕੁਲ ਹੋ ਜਾਂਦਾ ਹੈ। ਇਸ ਕਰਕੇ ਅਸੀਂ ਵੇਖਦੇ ਵੀ ਬੰਦਾ ਇੱਕ ਜਦੋਂ ਕੋਈ ਗਲਤੀ ਕਰਦਾ ਨਾ, ਝੂਠ ਬੋਲਦਾ ਹੈ, ਉਸ ਝੂਠ ਨੂੰ, ਉਸ ਗਲਤੀ ਨੂੰ ਨੁਕਾਉਣ ਵਾਸਤੇ ਫਿਰ ਸੈਂਕੜੇ ਝੂਠ ਬੋਲਣੇ ਪੈਂਦੇ। ਇਸ ਕਰਕੇ ਤਾਂ ਕਹਿੰਦੇ ਵੀ ਪਹਿਲਾਂ ਹੀ ਸੱਚ ਬੋਲ ਦਿਓ ਜਿਹੜੀ ਗੱਲ ਹੈ, ਕਿਉਂਕਿ ਫਿਰ ਸੈਂਕੜੇ ਝੂਠ ਬੋਲਣ ਦੀ ਲੋੜ ਨਹੀਂ। ਜੇ ਇੱਕ ਕੋਈ ਗਲਤੀ ਹੋ ਗਈ, ਉਸ ਗਲਤੀ ਨੂੰ ਮੰਨ ਲਓ, ਉਸ ਨੂੰ ਦੱਸ ਦਿਓ ਵੀ ਇਹ ਗਲਤੀ ਹੋਈ ਹੈ, ਮਾਫੀ ਹੋ ਸਕਦੀ ਹੈ। ਪਰ ਫਿਰ ਹਜ਼ਾਰਾਂ ਝੂਠ ਬੋਲਣੇ, ਅਤੇ ਫਿਰ ਜੋ ਝੂਠਾਂ ਦੀ ਲੜੀ ਨਹੀਂ ਮਿਲਦੀ ਬੰਦਿਆਂ ਦੀ। ਝੂਠ ਵੀ ਬੋਲਦਾ ਨਾ ਬੰਦਾ, ਭੁੱਲ ਜਾਂਦਾ ਪਹਿਲਾਂ ਕਿਹੜਾ ਝੂਠ ਬੋਲਿਆ ਸੀ, ਹੁਣ ਕਿਹੜਾ ਬੋਲਣਾ। ਇਸ ਕਰਕੇ ਕਈ ਵਾਰੀ ਅਸੀਂ ਜਦੋਂ ਬੜੀ ਪੁਰਾਣੀ ਗੱਲ 'ਤੇ ਕਿਸੇ ਦੇ ਘਰ ਦੇ 'ਚ ਦੂਜੇ ਫੋਨ ਲੱਗੇ ਸਨ, ਜਿਹੜੇ ਲੈਂਡ ਫੋਨ ਹੁੰਦੇ ਸਨ, ਅਤੇ ਉਹ ਕਿਸੇ ਨੇ ਪੈਸੇ ਲੈਣੇ ਸੀ, ਉਹ ਕਈ ਦਿਨ ਤੋਂ ਫੋਨ ਕਰੇ, ਉਠਾ ਹੀ ਨਹੀਂ ਰਿਹਾ ਸੀ ਘਰ ਦਾ। ਉਹ ਚੰਚੇਤ ਕੀ ਹੋਇਆ ਕਿ ਜੋ ਛੋਟਾ ਬੱਚਾ ਘਰ ਖੇਡ ਰਿਹਾ ਸੀ, ਅਤੇ ਉਹਨੇ ਜਾ ਕੇ ਫੋਨ ਉਠਾ ਲਿਆ। ਉਹਨੂੰ ਪਤਾ ਸੀ ਵੀ ਬੰਦੇ ਦਾ ਫਲਾਣੇ ਦਾ ਫੋਨ ਨੇ ਪੈਸੇ ਲੈਣੇ, ਅਤੇ ਪਿੱਛੋਂ ਕਹਿੰਦਾ, ਛੋਟਾ ਮਾਸੂਮ ਬੱਚਾ ਸੀ, ਕਹਿੰਦੇ ਤੂੰ ਕਹਿ ਦੇ ਵੀ ਮੇਰੇ ਪਿਤਾ ਜੀ ਨਾ ਘਰ 'ਚ ਨਹੀਂ ਹਨ। ਹੁਣ ਬੱਚਾ ਇਤਨਾ ਛੋਟਾ, ਉਹਨੂੰ ਮਾਸੂਮ, ਉਹਨੂੰ ਪਤਾ ਨਹੀਂ, ਉਹਨੇ ਫੋਨ 'ਤੇ ਕਹਿ ਦਿੱਤਾ ਅੰਕਲ ਜੀ ਤੁਸੀਂ ਫਿਰ ਫੋਨ ਕਰਨਾ, ਡੈਡੀ ਜੀ ਕਹਿ ਰਹੇ ਨੇ ਵੀ ਘਰ 'ਚ ਨਹੀਂ ਹਨ। ਕਿਉਂਕਿ ਉਹਦੇ ਕੋਲ ਮਾਸੂਮੀਅਤ ਹੈ, ਉਹਦੇ ਕੋਲ ਝੂਠ, ਉਹਨੇ ਕਿਹਾ ਵੀ ਡੈਡੀ ਜੀ ਕਹਿ ਰਹੇ, ਉਹਨੂੰ ਥੋੜ੍ਹੀ ਪਤਾ ਡੈਡੀ, ਇਹ ਨਹੀਂ ਕਹਿਣਾ ਸੀ ਵੀ ਡੈਡੀ ਜੀ ਕਹਿ ਰਹੇ ਨੇ, ਪਰ ਉਹਨੇ ਬੋਲ ਦਿੱਤਾ। ਉਹਨੂੰ ਚਿੰਤਾ ਲੱਗੀ ਵੀ ਤੂੰ ਇਹ ਕੀ ਕਹਿ ਦਿੱਤਾ, ਵੀ ਉਹ ਆਖੇਗਾ ਵੀ ਜਾਣ ਪੁੱਛ ਕੇ ਬੱਚੇ ਕੋਲੋਂ ਕਰਵਾ ਰਿਹਾ। ਇਸ ਕਰਕੇ ਕਈ ਝੂਠ ਅਸੀਂ ਫਿਰ ਬੋਲਦੇ ਹਾਂ, ਔਰ ਝੂਠ ਬੋਲਦੇ ਹਾਂ, ਕਈ ਝੂਠ ਹੋਰ ਬੋਲਣੇ ਪੈਂਦੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਸੱਚਾ ਮਾਰਗ ਇਖਤਿਆਰ ਕਰ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਏ। ਸੱਚੇ ਧਰਮ ਦੇ ਧਾਰਨੀ ਬਣਨ ਨੂੰ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ। ਫਿਰ ਲਾਸਟ ਪੰਕਤੀ ਵਿੱਚ ਉਪਦੇਸ਼ ਦ੍ਰਿੜ ਕਰਾ ਰਹੇ ਨੇ, ਦੇਹ ਵਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਇੱਥੇ ਦੇਹ ਦਾ ਅਰਥ ਹੈ ਮੈਨੂੰ ਬਖਸ਼, ਵਿਮਲ ਮਤ, ਵਿਮਲ ਦਾ ਅਰਥ ਹੈ ਨਿਰਮਲ ਬੁੱਧ, ਸੋਹਣੀ ਅਕਲ ਬਖਸ਼ ਮੈਨੂੰ। ਦੇਹ ਦਾ ਅਰਥ ਹੈ ਮੈਨੂੰ ਦੇ, ਹੇ ਪਰਮਾਤਮਾ ਮੈਨੂੰ ਸੋਹਣੀ ਅਕਲ ਦੇ। ਸੋਹਣੀ ਅਕਲ, ਅਕਲ ਵੀ ਸੋਹਣੀ ਅਤੇ ਮੰਦੀ ਹੁੰਦੀ। ਅਕਲ ਵੀ ਦੋ ਤਰ੍ਹਾਂ ਦੀ ਹੈ, ਇੱਕ ਜੋ ਚੰਗੀ ਅਕਲ, ਇੱਕ ਮੰਦੀ ਅਕਲ, ਇੱਕ ਮਾੜੀ ਬੁੱਧ, ਇੱਕ ਚੰਗੀ ਬੁੱਧ। ਜਿਹੜੀ ਮਾੜੀ ਅਕਲ ਹੈ ਉਹ ਸਾਨੂੰ ਮਾੜੇ ਪਾਸੇ ਲੈ ਜਾਂਦੀ ਹੈ, ਜਿਹੜੀ ਚੰਗੀ ਅਕਲ ਹੈ ਸਾਨੂੰ ਚੰਗੇ ਪਾਸੇ ਲੈ ਜਾਂਦੀ ਹੈ। ਇਹ ਅਕਲ ਮਿਲਦੀ ਕਿੱਥੋਂ ਹੈ? ਸੰਗਤ ਵਿੱਚੋਂ। ਮਾੜੀ ਸੰਗਤ ਕਰਾਂਗੇ ਮਾੜੀ ਅਕਲ ਮਿਲੇਗੀ, ਮਾੜੇ ਪਾਸੇ ਜਾਵਾਂਗੇ। ਚੰਗੀ ਸੰਗਤ ਕਰਾਂਗੇ ਚੰਗੀ ਅਕਲ ਮਿਲੇਗੀ, ਚੰਗੇ ਪਾਸੇ ਜਾਵਾਂਗੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਸੰਗਤ ਦੋ ਕਿਸਮ ਦੀ ਹੈ, ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਇੱਕ ਸੰਗਤ ਉਹ ਹੈ ਜਿਹੜਾ ਬੰਦੇ ਦੇ ਜੀਵਨ ਨੂੰ ਮੁਕਤ ਕਰ ਦਿੰਦੀ ਹੈ, ਇੱਕ ਉਹ ਸੰਗਤ ਹੈ ਜਿਹਦੀ ਸੰਗਤ ਵਿੱਚ ਕਹਿੰਦੇ ਨੇ ਫਿਰ ਜੋ ਕਹਿੰਦੇ ਦੂਜੇ ਪਾਸੇ ਨਰਕਾਂ ਨੂੰ ਤੁਰ ਜਾਂਦਾ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜੰਪੁਰ ਜਾਤ ਹੈ। ਜਮਾਂ ਦੇ ਵਿੱਚ ਪੈ ਜਾਂਦਾ, ਵਿਕਾਰਾਂ ਵਿੱਚ ਪੈ ਜਾਂਦਾ, ਜਮਾਂ ਦੇ ਵਸ, ਵਿਕਾਰਾਂ 'ਚ ਪਿਆ ਬੰਦਾ ਹੀ ਜਮਾਂ ਦੇ ਵਸ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ, ਹੇ ਮੇਰੇ ਪ੍ਰਭੂ ਇਸ ਸਰੀਰ ਵਿੱਚ ਨੂੰ ਪਾਓ ਕਿ ਸਦਾ ਕੋਈ ਸੋਹਣੀ ਮੱਤ ਦੇ, ਮੇਰੇ ਸਰੀਰ ਨੂੰ
ਇਹਦੇ ਅੰਦਰ ਸੋਹਣੀ ਮਤ ਟਿਕਾ, ਮੇਰੇ ਅੰਦਰ ਸੋਹਣੀ ਚੰਗੀ ਮਤ ਨਹੀਂ ਟਿਕੀ ਹੋਈ। ਕਿਉਂਕਿ ਜਦੋਂ ਚੰਗੀ ਮਤ ਸਾਡੇ ਅੰਦਰ ਟਿਕ ਜਾਏਗੀ, ਗੁਰੂ ਕੀ ਮਤ ਸਾਡੇ ਅੰਦਰ ਟਿਕ ਜਾਏਗੀ, ਗੁਰਮਤ ਸਾਡੇ ਅੰਦਰ ਟਿਕ ਜਾਏਗੀ। ਸਾਡੇ ਕੋਲ ਮਤ ਹੈ, ਮਨਮਤ ਹੈ, ਅਨਮਤ ਹੈ, ਦੁਰਮਤ ਹੈ। ਦੁਰਮਤ ਕਹਿੰਦੇ ਭੈੜੀ ਮਤ ਨੂੰ। ਤਾਂ ਹੀ ਗੁਰੂ ਸਾਹਿਬ ਨੂੰ ਰੋਜ਼ ਰੋਜ਼ ਕਹਿਣਾ ਪੈਂਦਾ ਵੀ ਤੂੰ ਕਿਹੜੀ ਭੈੜੀ ਮਤ ਲੈ ਕੇ ਬੈਠਾ, ਬੰਦੇ ਛੱਡ ਦੇ। ਕਦੀ ਇਹ ਅਨਮਤ ਵਿੱਚ ਫਸ ਜਾਂਦਾ ਹੈ, ਕਦੀ ਮਨਮਤ ਵਿੱਚ ਫਸ ਜਾਂਦਾ, ਕਦੀ ਦੁਰਮਤ ਭੈੜੀ ਮਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ ਹੈ। ਇਸ ਕਰਕੇ ਇੱਥੇ ਕਵੀ ਸਾਹਿਬ ਕਹਿੰਦੇ ਤੂੰ ਗੁਰਮਤ ਦੇ। ਵਿਮਲ ਮਤ ਕੌਣ ਹੁੰਦੀ? ਗੁਰਮਤ ਮਤ, ਨਿਰਮਲਤਾ ਵਾਲੀ ਮਤ। ਗੁਰੂ ਕੀ ਮਤ ਕੀ ਹੈ? ਨਿਰਮਲ ਕਰਨ ਵਾਲੀ ਮਤ ਹੈ। ਤੇ ਫਿਰ ਕੀ ਇਹ ਕਹਿੰਦਾ ਸਹਿਜ ਸਹਿਜ ਗੁਣ ਰਵੇ ਕਬੀਰਾ, ਜਿਸ ਕਰਕੇ ਤੇਰਾ ਬੱਚਾ ਕਬੀਰ ਕਹਿੰਦੇ ਅਡੋਲ ਅਵਸਥਾ ਵਿੱਚ ਰਹਿ ਕੇ ਤੇਰੇ ਗੁਣ ਗਾਉਂਦਾ ਰਹੇ, ਤੇਰੀ ਸਿਫਤ ਕਰਦਾ ਰਹੇ। ਤੇਰਾ ਬੱਚਾ ਕਬੀਰ ਤੇਰੇ ਗੁਣ ਗਾਉਂਦਾ ਰਹੇ, ਤੇਰੀ ਸਿਫਤ ਕਰਦਾ ਰਹੇ। ਇਸ ਕਰਕੇ ਤੂੰ ਮੈਨੂੰ ਉਹ ਮਤ ਦੇ ਜਿਹੜੀ ਮਤ ਸੋਹਣੀ ਮਤ ਹੋਵੇ, ਨਿਰਮਲ ਮਤ ਹੋਵੇ, ਮੇਰੇ ਸਰੀਰ ਨੂੰ ਚੰਗੀ ਮਤ ਦੇ ਦੇ। ਆਪਾਂ ਵੀ ਸਾਰੇ ਗੁਰੂ ਚਰਨਾਂ 'ਚ ਅਰਦਾਸ ਕਰਕੇ ਜਾਈਏ, ਸੱਚੇ ਪਾਤਸ਼ਾਹ ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾਂ। ਸੱਚੇ ਪਾਤਸ਼ਾਹ ਚੰਗੀ ਮਤ ਦੇ। ਅਰਦਾਸ ਕਰੋ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਚਾਹੀ। ਹੇ ਗੁਰੂ ਮੈਨੂੰ ਸੂਝ ਦੇ, ਦੇ ਬੁਝਾਈ ਸਮਝ ਬਖਸ਼। ਕੀ ਸਮਝ? ਕਿ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਚਾਹੀ। ਜੋ ਸਭਨਾ ਜੀਵਾਂ ਦਾ ਦਾਤਾ ਨਾ, ਉਹ ਮੈਨੂੰ ਨਾ ਭੁੱਲੇ। ਕਿਉਂ ਐਡਾ ਦਿਆਲੂ ਹੈ, ਮਾਂ ਵਰਗਾ ਹਿਰਦਾ ਉਹਦਾ। ਕਿਤਨੇ ਵੀ ਗਲਤੀਆਂ ਕਰਦੇ ਹਾਂ, ਫਿਰ ਵੀ ਉਹਦੀ ਸ਼ਰਨ 'ਚ ਕੋਈ ਆ ਜਾਂਦਾ ਤੇ ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਫਿਰ ਕਹਿੰਦਾ ਕੋਈ ਨਹੀਂ, ਚੱਲ ਗਲਤੀਆਂ ਹੋਈਆਂ, ਕੋਈ ਨਹੀਂ, ਹੁਣ ਅੱਗੇ ਸਹੀ ਕੰਮ ਕਰਨੇ ਸ਼ੁਰੂ ਕਰਦੇ। ਸੋ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਕੇ ਅਤੇ ਗੁਰੂ ਦੀ ਮਤ ਦੇ ਧਾਰਨੀ ਹੋ ਕੇ ਜੀਵਨ ਸਫਲਾ ਕਰੀਏ। ਇਤਨੇ ਵਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।